ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਇਸ ਸੁੰਦਰ ਸਮੇਂ ਦੇ ਲਈ ਕਿ ਪ੍ਰਭੂ ਨੇ ਇੱਕ ਵਾਰੀ ਫੇਰ ਸਾਨੂੰ ਆਪਣੇ ਕਦਮਾਂ ਦੇ ਵਿੱਚ ਇਕੱਠਿਆਂ ਕੀਤਾ, ਅੱਜ ਤੱਕ ਸੰਭਾਲਿਆ, ਸਾਡੀਆਂ ਸਾਰੀਆਂ ਲੋੜਾਂ, ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰੀਆਂ ਕੀਤਾ। ਪ੍ਰਭੂ ਦਾ ਧੰਨਵਾਦ। ਤੋ ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਵੀ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਇੱਕ ਵਾਰੀ ਫੇਰ ਪਰਮੇਸ਼ਰ ਨੇ ਆਪਣੇ ਕਦਮਾਂ 'ਚ ਸਾਨੂੰ ਬਿਠਾਇਆ ਕਿ ਅਸੀਂ ਸਭ ਥੋੜ੍ਹੀ ਦੇਰ ਬੈਠ ਕੇ ਉਹਦੀ ਆਰਾਧਨਾ ਕਰ ਸਕੀਏ, ਉਹਦੀ ਸਤੁਤੀ ਕਰ ਸਕੀਏ, ਔਰ ਸਭ ਤੋਂ ਵੱਧ ਕੇ ਉਹਦੀ ਬਾਣੀ ਜੋ ਸਾਡੇ ਲਈ ਆਤਮਿਕ ਖੁਰਾਕ ਆ ਉਸ ਨੂੰ ਅਸੀਂ ਖਾ ਸਕੀਏ। ਤੋ ਪਰਮੇਸ਼ਰ ਧੰਨਵਾਦ ਕਰਦੇ ਹਾਂ ਪਰਮੇਸ਼ਰ ਦੇ ਹਰ ਇੱਕ ਮਹਾਨ ਕੰਮ ਦੇ ਲਈ ਜੋ ਅੱਜ ਤੱਕ ਉਹਨੇ ਸਾਡੇ ਜੀਵਨਾਂ ਦੇ ਵਿੱਚ ਕੀਤੇ ਨੇ। ਤੋ ਆਈਏ ਪਰਮੇਸ਼ਰ ਦਾ ਵਚਨ ਅਸੀਂ ਸੁਣ ਲਈ ਜਾ ਰਹੇ ਹਾਂ। ਤੁਸੀਂ ਆਪਣੀ ਮੋਬਾਈਲ ਸਕਰੀਨਾਂ ਦੇ ਉੱਪਰ ਅੱਜ ਦਾ ਵਿਸ਼ਾ ਪੜ੍ਹ ਰਹੇ ਹੋਵੋਗੇ ਕਿ ਪਵਿੱਤਰ ਆਤਮਾ ਸਾਡਾ ਸਾਮਰਥੀ ਮਦਦਗਾਰ, ਪਵਿੱਤਰ ਆਤਮਾ ਸਾਡਾ ਸਾਮਰਥੀ ਸਹਾਇਕ, ਜਾਂ ਪਵਿੱਤਰ ਆਤਮਾ ਸਾਡਾ ਸਭ ਤੋਂ ਵੱਡਾ ਮਦਦ ਕਰਨ ਵਾਲਾ। ਪਵਿੱਤਰ ਆਤਮਾ ਸਾਡਾ ਸਾਮਰਥੀ ਮਦਦਗਾਰ ਆ। ਤੋ ਪਵਿੱਤਰ ਆਤਮਾ ਕੀ ਆ? ਥੋੜੇ ਲਫ਼ਜ਼ਾਂ 'ਚ ਅੱਜ ਅਸੀਂ ਇਹਨੂੰ ਵੇਖਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ। ਪਵਿੱਤਰ ਆਤਮਾ ਦੀ ਸ਼ਕਤੀ ਨੂੰ ਸਮਝਾਉਣ ਦੇ ਲਈ ਕਿ ਪਵਿੱਤਰ ਆਤਮਾ ਕੀ ਆ, ਪਰਮੇਸ਼ਵਰ ਨੇ ਪੁਰਾਣੇ ਨਿਯਮ ਦੇ ਵਿੱਚ ਕੁਝ ਪਵਿੱਤਰ ਆਤਮਾ ਦੀ ਸਾਮਰਥ ਦੇ ਕੰਮ ਦਿਖਾਏ। ਸਰੀਰਕ ਤੌਰ ਤੇ ਕੁਝ ਸਾਮਰਥ ਦੇ ਕੰਮ ਦਿਖਾਏ ਕਿ ਅਸੀਂ ਪਵਿੱਤਰ ਆਤਮਾ ਦੇ ਕੰਮ ਪੁਰਾਣੇ ਨਿਯਮ 'ਚ ਸਰੀਰ ਦੇ ਤੌਰ ਤੇ ਵੇਖ ਕੇ ਸਮਝੀਏ ਕਿ ਪਵਿੱਤਰ ਆਤਮਾ ਕਿੰਨਾ ਸਾਮਰਥੀ ਆ। ਤੋ ਹੁਣ ਜਦੋਂ ਪਵਿੱਤਰ ਆਤਮਾ ਅਸੀਂ ਆਪਣੇ ਜੀਵਨਾਂ ਦੇ ਵਿੱਚ ਰਿਸੀਵ ਕਰਦੇ ਹਾਂ ਜਾਂ ਉਹਨੂੰ ਪ੍ਰਾਪਤ ਕਰਦੇ ਹਾਂ, ਜਾਂ ਪਵਿੱਤਰ ਆਤਮਾ ਦਾ ਵਰਦਾਨ ਸਾਡੇ ਜੀਵਨਾਂ 'ਚ ਆਉਂਦਾ ਆ, ਕਿ ਕਦੀ ਵੀ ਅਸੀਂ ਉਹਦੀ ਸਾਮਰਥ ਨੂੰ ਘੱਟ ਨਾ ਸਮਝੀਏ। ਜੇਕਰ ਪਵਿੱਤਰ ਆਤਮਾ ਦੇ ਬਾਰੇ ਪੜ੍ਹਨਾ ਆ ਕਿ ਪਵਿੱਤਰ ਆਤਮਾ ਅਸਲ 'ਚ ਚੀਜ਼ ਕੀ ਆ, ਤਾਂ ਸਾਨੂੰ ਪੁਰਾਣੇ ਨਿਯਮ ਦੇ ਵਿੱਚ ਪਵਿੱਤਰ ਆਤਮਾ ਨੇ ਜੋ ਲੋਕਾਂ ਦੇ ਸਰੀਰ ਦੇ ਵਿੱਚ ਸਰੀਰ ਦੇ ਸਾਮਰਥ ਦਾ ਸ਼ਕਤੀ ਪ੍ਰਗਟ ਕਰਕੇ ਦੱਸੀ ਆ, ਉਹਨਾਂ ਚੀਜ਼ਾਂ ਨੂੰ ਸਮਝਣਾ ਜ਼ਰੂਰੀ ਹੋਵੇਗਾ। ਅੱਜ ਅਸੀਂ ਪਵਿੱਤਰ ਆਤਮਾ ਪਾ ਲੈਨੇ ਆ, ਪਰ ਸਾਨੂੰ ਉਹਦੀ ਸ਼ਕਤੀ ਦਾ, ਸਾਨੂੰ ਉਹਦੀ ਸਾਮਰਥ ਦਾ ਅਹਿਸਾਸ ਹੀ ਨਹੀਂ। ਉਹਦਾ ਪਤਾ ਹੀ ਨਹੀਂ ਕਿ ਪਵਿੱਤਰ ਆਤਮਾ ਅਸਲ 'ਚ ਹੈ ਕਿ ਕੀ ਕਰ ਸਕਦਾ ਆ। ਪਰ ਮੇਰੇ ਪਿਆਰੋ, ਅੱਜ ਦੇ ਵਿਸ਼ੇ ਦੇ ਅਨੁਸਾਰ ਜੋ ਅਸੀਂ ਸਿੱਖਣ ਲਈ ਜਾ ਰਹੇ ਹਾਂ ਕਿ ਪਵਿੱਤਰ ਆਤਮਾ ਸਾਡਾ ਸਭ ਤੋਂ ਵੱਡਾ ਸਹਾਇਕ ਆ, ਸਾਡਾ ਸਭ ਤੋਂ ਤਾਕਤਵਰ, ਸਾਡਾ ਸਭ ਤੋਂ ਸਾਮਰਥੀ ਉਹ ਮਦਦਗਾਰ ਆ। ਉਹਦੀ ਮਦਦ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ, ਪਰ ਉਹਦੀ ਮਦਦ ਐਸੀ ਆ ਕਿ ਉਹ ਡਾਢੇ ਕਿਲਿਆਂ ਨੂੰ ਵੀ ਢਾਹ ਵੱਧ। ਤੇ ਇੱਕ ਵਚਨ ਪੜ੍ਹਨਾ ਚਾਹਾਂਗਾ ਮੈਂ, ਇਬਰਾਨੀਆਂ ਦੀ ਪੱਤਰੀ 4 ਬਾਬ, ਇਬਰਾਨੀਆਂ ਦੀ ਪੱਤਰੀ 4 ਬਾਬ ਉਹਦਾ 16 ਵਚਨ ਪੜ੍ਹੀਏ। ਇਸ ਲਈ ਆਓ ਅਸੀਂ ਕਿਰਪਾ ਦੇ ਸਿੰਘਾਸਨ ਦੇ ਅੱਗੇ ਦਲੇਰੀ ਨਾਲ ਚੱਲੀਏ, ਹਾਂ, ਭਈ ਅਸੀਂ ਦਇਆ ਪ੍ਰਾਪਤ ਕਰੀਏ, ਹਾਂ, ਅਤੇ ਉਹ ਕਿਰਪਾ ਪਾਈਏ। ਹੁਣ ਵੇਖੋ, ਇਹ ਪਵਿੱਤਰ ਆਤਮਾ ਸਾਨੂੰ ਕਿਰਪਾ ਦੇ ਸਿੰਘਾਸਨ ਦੇ ਅੱਗੇ ਦਲੇਰੀ ਨਾਲ ਖੜੇ ਹੋਣ ਦਾ ਸਾਮਰਥ ਬਖਸ਼ਦਾ। ਕਹਿੰਦਾ ਅਸੀਂ ਉਹ ਸਾਮਰਥ ਪਾਈਏ ਜਾਂ ਉਹ ਕਿਰਪਾ ਪਾਈਏ, ਹਾਂ, ਅਤੇ ਉਹ ਕਿਰਪਾ ਪ੍ਰਾਪਤ ਕਰੀਏ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ, ਜੋ ਵੇਲੇ ਸਿਰ ਸਾਡੀ ਕੀ ਕਰੇ? ਸਹਾਇਤਾ ਕਰੇ। ਇਹ ਪਵਿੱਤਰ ਆਤਮਾ ਜੋ ਸਾਡਾ ਮਦਦਗਾਰ ਆ, ਇਹਦੀ ਇੱਕ ਖਾਸੀਅਤ ਆ, ਇਹ ਵੇਲੇ ਸਿਰ ਸਾਡੀ ਮਦਦ ਕਰਦਾ ਆ, ਇਹ ਸਮੇਂ ਤੇ ਸਾਡੀ ਮਦਦ ਕਰਦਾ। ਇਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੇ ਬਾਰੇ ਲਿਖਿਆ ਨਾ, ਜਦੋਂ ਅਸੀਂ ਪਾਪੀ ਹੀ ਸਾਂ ਤਦੋਂ ਹੀ ਉਹ ਸਾਡੇ ਲਈ ਕੀ ਕੀਤਾ? ਹੋਇਆ। ਪਾਪੀ ਹੀ ਸਾਂ ਕਹਿਣ ਤੋਂ ਮਤਲਬ ਜਦੋਂ ਸਾਨੂੰ ਜ਼ਰੂਰਤ ਸੀ, ਜਦੋਂ ਸੱਚਮੁੱਚ ਅਸੀਂ ਜ਼ਰੂਰਤ ਸੀ, ਜਦੋਂ ਸੱਚਮੁੱਚ ਅਸੀਂ ਲੋੜਵੰਦ ਸੀ, ਉਦੋਂ ਹੀ ਪਰਮੇਸ਼ਰ ਨੇ ਸਾਡੇ ਵਾਸਤੇ ਮੁਕਤੀ ਦਾ ਕੀ ਕੀਤਾ ਆ? ਪ੍ਰਬੰਧ ਕੀਤਾ। ਅਸੀਂ ਉਸ ਕਿਰਪਾ ਪਾਈਏ ਜਾਂ ਅਸੀਂ ਉਹ ਸਾਮਰਥ ਪਾਈਏ ਜੋ ਵੇਲੇ ਸਿਰ ਸਾਡੀ ਕੀ ਕਰੇ? ਸਹਾਇਤਾ ਕਰੇ। ਹੁਣ ਇਹ ਪਵਿੱਤਰ ਆਤਮਾ ਦੇ ਬਾਰੇ ਪੜ੍ਹਦੇ ਆ। ਇਹ ਪਵਿੱਤਰ ਆਤਮਾ ਦੇ ਬਾਰੇ ਪਵਿੱਤਰ ਸ਼ਾਸਤਰ ਸੌਖੇ ਲਫ਼ਜ਼ਾਂ 'ਚ ਕੀ ਕਹਿੰਦਾ ਆ? ਰੋਮੀਆਂ 8 ਬਾਬ ਉਹਦਾ 15 ਵਚਨ, ਰੋਮੀਆਂ 8 ਬਾਬ 15 ਵਚਨ।
ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਪਰਮੇਸ਼ਰ ਦਾ ਵਚਨ ਦੱਸਦਾ ਇਹ ਜਿਹੜਾ ਆਤਮਾ ਆ ਇਹ ਗੁਲਾਮੀ ਦਾ ਆਤਮਾ ਨਹੀਂ ਹੈ। ਹਾਂ, ਜੋ ਫੇਰ ਮੁੜ ਕੇ ਡਰੋ, ਜੋ ਫੇਰ ਮੁੜ ਕੇ ਤੁਸੀਂ ਡਰੋ। ਸਗੋਂ ਪਾਲਕ ਪੁੱਤਰ ਹੋਣ ਦਾ ਆਤਮਾ ਮਿਲਿਆ, ਹਾਂ, ਜਿਸ ਕਰਕੇ ਅਸੀਂ ਅੱਬਾ हे ਪਿਤਾ ਪੁਕਾਰਦੇ ਹਾਂ। ਦੇਖੋ ਇਹ ਜਿਹੜਾ ਪਰਮੇਸ਼ਰ ਦਾ ਆਤਮਾ ਆ ਇਹ ਗੁਲਾਮੀ ਦਾ ਆਤਮਾ ਨਹੀਂ ਆ, ਇਹ ਆਜ਼ਾਦ ਕਰਨ ਦਾ ਆਤਮਾ ਆ, ਇਹ ਆਜ਼ਾਦੀ ਦਾ ਆਤਮਾ ਆ। ਜਿਹਨੂੰ ਇਹ ਆਤਮਾ ਮਿਲ ਜਾਂਦਾ ਆ ਉਹ ਆਜ਼ਾਦ ਹੋ ਜਾਂਦਾ ਆ, ਉਹਨੂੰ ਇਹ ਆਤਮਾ ਆਜ਼ਾਦ ਕਰਦਾ ਆ ਹਰ ਸ਼ੈਤਾਨ ਦੇ ਬੰਧਨ ਤੋਂ ਆਜ਼ਾਦ, ਹਰ ਸ਼ੈਤਾਨ ਦੀ ਮਰਜ਼ੀ ਤੋਂ ਆਜ਼ਾਦ, ਹਰ ਸ਼ੈਤਾਨ ਦੀ ਕੈਦ ਤੋਂ ਆਜ਼ਾਦ ਔਰ ਹਰ ਸ਼ੈਤਾਨ ਦੇ ਇੱਕ ਇੱਕ ਕੰਮ ਤੋਂ ਇਹ ਪਵਿੱਤਰ ਆਤਮਾ ਉਹਨੂੰ ਆਜ਼ਾਦ ਕਰਦਾ ਆ। ਇਹ ਆਤਮਾ ਗੁਲਾਮੀ ਦਾ ਆਤਮਾ ਨਹੀਂ ਆ ਔਰ ਇਹ ਆਤਮਾ ਆਜ਼ਾਦੀ ਦਾ ਆਤਮਾ ਆ, ਕਿਉਂਕਿ ਵਚਨ ਲਿਖਿਆ ਜਿੱਥੇ ਆਤਮਾ ਜਿੱਥੇ ਰੂਹ ਆ ਉੱਥੇ ਕੀ ਆ? ਆਜ਼ਾਦੀ ਆ। ਜਿੱਥੇ ਇਹ ਪਵਿੱਤਰ ਆਤਮਾ ਆ ਜਾਏਗਾ ਉੱਥੇ ਆਜ਼ਾਦੀ ਆ ਜਾਏਗੀ। ਇਸ ਕਾਰਨ ਮੇਰੇ ਪਿਆਰਿਓ, ਜੇਕਰ ਅੱਜ ਤੱਕ ਤੁਸੀਂ ਇਸ ਪਵਿੱਤਰ ਆਤਮਾ ਨੂੰ ਜਾਂ ਇਸ ਪਵਿੱਤਰ ਆਤਮਾ ਦੀ ਸ਼ਕਤੀ ਨੂੰ ਪ੍ਰਾਪਤ ਨਹੀਂ ਕੀਤਾ ਤਾਂ ਇਹਨਾਂ ਦਿਨਾਂ ਦੇ ਵਿੱਚ ਸਭ ਤੋਂ ਵੱਡੀ ਕੋਸ਼ਿਸ਼ ਇਹੀ ਕਰੋ ਕਿ ਇਸ ਸਮੇਂ ਮੈਂ ਵੱਧ ਤੋਂ ਵੱਧ ਪਰਮੇਸ਼ਰ ਦੇ ਕਦਮਾਂ 'ਚ ਬਿਤਾਵਾਂ। ਪਿਤਾ ਮੈਨੂੰ ਇਸ ਪਵਿੱਤਰ ਆਤਮਾ ਦੇ ਵਰਦਾਨ ਦੇ ਨਾਲ ਨਿਵਾਜ। ਔਰ ਜੋ ਪਾ ਚੁੱਕੇ ਨੇ, ਜਿਨ੍ਹਾਂ ਕੋਲ ਇਹ ਪਵਿੱਤਰ ਆਤਮਾ ਦੀ ਸਾਮਰਥ ਹੈ, ਉਹ ਇਸ ਗੱਲ ਦਾ ਖਿਆਲ ਰੱਖਣ ਕਿ ਇਹ ਉਹ ਸਾਮਰਥ ਹੈ ਜਿਹੜੀ ਵੇਲੇ ਸਿਰ ਸਾਡੀ ਮਦਦ ਕਰਦੀ ਆ, ਇਹ ਉਹ ਸਾਮਰਥ ਆ ਜਿਹੜੀ ਆਜ਼ਾਦੀ ਦੀ ਸਾਮਰਥ ਆ, ਇਹ ਉਹ ਸਾਮਰਥ ਆ ਜਿਸ ਤੋਂ ਵੱਡੀ ਕੋਈ ਸਾਮਰਥ ਹੈ ਹੀ ਨਹੀਂ। ਦੁਨੀਆ ਪਰਮਾਣੂ ਬੰਬ ਤੋਂ ਡਰਦੀ ਆ ਕਿ ਸ਼ਾਇਦ ਪਰਮਾਣੂ ਬੰਬ ਸਭ ਤੋਂ ਵੱਡਾ ਸਾਮਰਥੀ ਆ। ਨਹੀਂ ਮੇਰੇ ਪਿਆਰਿਓ, ਪਵਿੱਤਰ ਆਤਮਾ ਤੋਂ ਵੱਡਾ ਕੋਈ ਵੀ ਸਾਮਰਥ ਨਹੀਂ ਆ। ਪਵਿੱਤਰ ਆਤਮਾ ਦੀ ਤਾਕਤ ਕਿਸੇ ਵੀ ਐਟਮੀ ਤਾਕਤ ਤੋਂ ਵੀ ਵੱਧ ਕੇ ਆ। ਮੇਰੇ ਪਿਆਰਿਓ, ਪਰਮੇਸ਼ਰ ਦਾ ਵਚਨ ਕਹਿੰਦਾ ਇਹ ਜਿਹੜਾ ਆਤਮਾ ਤੁਹਾਨੂੰ ਮਿਲਿਆ ਨਾ, ਇਹ ਆਤਮਾ ਗੁਲਾਮੀ ਦਾ ਆਤਮਾ ਨਹੀਂ ਆ ਕਿ ਅਸੀਂ ਫਿਰ ਦੁਬਾਰਾ ਕੀ ਕਰੀਏ? ਡਰੀਏ। ਬਾਈਬਲ ਦੇ ਵਿੱਚ ਕੁੱਲ 365 ਵਾਰ ਲਿਖਿਆ ਨਾ ਡਰ ਨਾ ਡਰ। ਬਾਈਬਲ ਦੇ ਵਿੱਚ ਜਦੋਂ ਪੜ੍ਹਦੇ ਆ ਨਾ 365 ਵਾਰ ਨਾ ਡਰ ਦਾ ਜ਼ਿਕਰ ਕੀਤਾ ਗਿਆ ਆ। ਤਾਂ ਸਾਲ ਦੇ ਦਿਨ ਕਿੰਨੇ ਹੁੰਦੇ ਨੇ? 365। ਮਤਲਬ ਹਰ ਦਿਨ ਹਰ ਰੋਜ਼ ਪਰਮੇਸ਼ਰ ਦਾ ਆਤਮਾ ਸਾਨੂੰ ਕਹਿੰਦਾ ਤੁਹਾਨੂੰ ਡਰਨ ਦੀ ਲੋੜ ਨਹੀਂ ਆ। ਤੁਹਾਡੇ ਅੰਦਰ ਇੱਕ ਸਾਮਰਥ ਦਾ ਕੀ ਆ? ਆਤਮਾ ਆ। ਹੁਣ ਇਹ ਪੁਰਾਣੇ ਨਿਯਮ ਦੇ ਵਿੱਚ ਇਹ ਸਾਮਰਥ ਦਾ ਆਤਮਾ ਕਿਸ ਤਰ੍ਹਾਂ ਪ੍ਰਗਟ ਹੁੰਦਾ ਸੀ? ਤਾਂ ਇਹ ਵੇਖਦੇ ਆ ਯਸ਼ਾਇਆ ਨਬੀ ਦੀ ਕਿਤਾਬ 11 ਬਾਬ ਉਹਦਾ 2 ਵਚਨ। ਯਸ਼ਾਇਆ ਨਬੀ ਦੀ ਕਿਤਾਬ 11 ਬਾਬ 2 ਵਚਨ। ਯਹੋਵਾ ਦਾ ਆਤਮਾ ਉਸ ਉੱਤੇ ਹਾਂ, ਹੁਣ ਇਸ ਆਤਮਾ ਦੇ ਵਿੱਚ ਹੈ ਕੀ ਜਿਹਨੂੰ ਅਸੀਂ ਪਵਿੱਤਰ ਆਤਮਾ ਕਹਿੰਦੇ ਜਾਂ ਜਿਹਨੂੰ ਅਸੀਂ ਹੌਲੀ ਸਪਿਰਿਟ ਕਹਿੰਦੇ ਆ। ਇਹ ਪਵਿੱਤਰ ਆਤਮਾ ਕਿੰਨਾ ਚੀਜ਼ਾਂ ਦਾ ਪੈਕੇਜ ਆ। ਨੰਬਰ 1 ਇਹਦੇ ਵਿੱਚ ਕੀ ਆ? ਪੜ੍ਹੀਏ। ਯਹੋਵਾ ਦਾ ਆਤਮਾ। ਇਹ ਯਹੋਵਾ ਦਾ ਆਤਮਾ ਆ। ਯਹੋਵਾ ਕਹਿਣ ਤੋਂ ਮਤਲਬ ਅਸੀਂ ਪੜ੍ਹਦੇ ਆ ਇਹ ਧਰਤੀ ਆਕਾਸ਼ ਸਭ ਕੁਝ ਲਿਖਿਆ ਇਹਨੂੰ ਯਹੋਵਾ ਤੇਰੇ ਹੀ ਹੱਥ ਨੇ ਕੀ ਕੀਤਾ ਹੋਇਆ ਆ। ਇਹ ਜਿਹੜਾ ਤੁਹਾਡੇ ਅੰਦਰ ਆਤਮਾ ਹੈ ਨਾ, ਇਹ ਯਹੋਵਾ ਦਾ ਆਤਮਾ। ਯਹੋਵਾ ਦਾ ਆਤਮਾ ਕਹਿਣ ਤੋਂ ਮਤਲਬ ਅਸਲੀ ਪਰਮੇਸ਼ਰ ਦਾ ਆਤਮਾ। ਪਰਮੇਸ਼ਰ ਆਪਣੇ ਨਾਮ ਦੇ ਬਾਰੇ ਕੀ ਕਹਿੰਦਾ? ਕਹਿੰਦਾ ਮੈਂ ਯਹੋਵਾ ਪਰਮੇਸ਼ਰ ਹਾਂ ਤੇ ਇਹੋ ਹੀ ਮੇਰਾ ਨਾਮ ਹੈ। ਜੇਕਰ ਦੁਨੀਆ ਤੇ ਕੋਈ ਪ੍ਰਭੂ ਹੈ ਨਾ, ਦੁਨੀਆ ਤੇ ਕੋਈ ਪਰਮੇਸ਼ਰ ਹੈ ਜਿਹਨੂੰ ਅਸੀਂ ਇੱਕ ਪਰਮੇਸ਼ਰ ਕਹਿੰਦੇ ਆ ਕਿ ਪਰਮੇਸ਼ਰ ਇੱਕ ਆ, ਉਹ ਇਹ ਆ, ਇਹ ਉਹਦਾ ਆਤਮਾ ਆ, ਯਹੋਵਾ ਦਾ ਆਤਮਾ। ਨੰਬਰ 1 ਇਹਦੀ ਕੁਆਲਿਟੀ ਕੀ ਆ? ਇਹ ਯਹੋਵਾ ਦਾ ਆਤਮਾ ਹੈ। ਹਾਂ, ਉਸ ਉੱਤੇ ਠਹਿਰੇਗਾ। ਹਾਂ, ਬੁੱਧ ਤੇ ਸਮਝ ਦਾ। ਫਿਰ ਇਹ ਆ ਬੁੱਧ ਦਾ ਆਤਮਾ। ਪਵਿੱਤਰ ਆਤਮਾ ਦੇ ਵਿੱਚ ਸਾਰੀ ਬੁੱਧ ਆ, ਸਮਝ ਆ। ਯਹੋਵਾ ਦਾ ਆਤਮਾ, ਬੁੱਧ ਦਾ ਆਤਮਾ, ਹਾਂ, ਸਮਝ ਦਾ ਆਤਮਾ। ਨੰਬਰ 3 ਇਹ ਸਮਝ ਦਾ ਆਤਮਾ ਆ। ਤੁਹਾਨੂੰ ਸਭ ਕੁਝ ਸਮਝਣ ਦੀ ਸ਼ਕਤੀ ਦੇਵੇਗਾ। ਵਚਨ ਕਹਿੰਦਾ ਨਾ, ਪ੍ਰਭੂ ਯਿਸੂ ਮਸੀਹ ਕਹਿੰਦਾ ਮੈਂ ਜਾਵਾਂਗਾ ਤੇ ਇੱਕ ਸਹਾਇਕ ਤੁਹਾਡੇ ਕੋਲ ਭੇਜਾਂਗਾ ਤੇ ਉਹ ਸਹਾਇਕ ਤੁਹਾਡੀ ਮਦਦ ਕਰੇਗਾ ਤੇ ਸਭ ਕੁਝ ਤੁਹਾਨੂੰ ਕੀ ਕਰੇਗਾ? ਸਿਖਾਏਗਾ। ਇਹੀ ਉਹ ਬੁੱਧ ਔਰ ਸਮਝ ਦਾ ਆਤਮਾ। ਯਹੋਵਾ ਦਾ ਆਤਮਾ ਨੰਬਰ 2, ਬੁੱਧ ਦਾ ਆਤਮਾ ਨੰਬਰ 3, ਇਹ ਸਮਝ ਦਾ ਆਤਮਾ ਹੈ। ਹਾਂ, ਸਲਾਹ। ਫਿਰ ਇਹ ਸਲਾਹ ਦਾ ਆਤਮਾ ਹੈ। ਪਰਮੇਸ਼ਰ ਦੇ ਵਚਨ ਲਿਖਿਆ ਪਰਮੇਸ਼ਰ ਅਚਰਜ ਸਲਾਹੂ ਆ।
ਉਹਦੀ ਸਲਾਹਾਂ ਅਚਰਜ ਹੁੰਦੀਆਂ ਨੇ। ਅੱਜ ਮੇਰੇ ਪਿਆਰੋ, ਜੇਕਰ ਤੁਸੀਂ ਪਰਮੇਸ਼ਰ ਦੀ ਸਲਾਹ ਤੇ ਚੱਲਦੇ ਹੋ, ਪਰਮੇਸ਼ਰ ਦੀ ਸਲਾਹ ਨੂੰ ਮੰਨਦੇ, ਤੁਸੀਂ ਕਹੋਗੇ ਪਰਮੇਸ਼ਰ ਦੀ ਸਲਾਹ ਕਿੱਥੇ ਆ? ਪਰਮੇਸ਼ਰ ਦੀ ਸਲਾਹ ਇਹ ਪਰਮੇਸ਼ਰ ਦਾ ਵਚਨ ਆ। ਹਰ ਰੋਜ਼ ਹਰ ਪਲ ਜੇ ਤੁਸੀਂ ਵਚਨ ਪੜ੍ਹਦੇ ਹੋ, ਪਰਮੇਸ਼ਰ ਆਪਣੇ ਵਚਨਾਂ ਦੀ ਸਲਾਹਾਂ ਦੇ ਦੁਆਰੇ ਤੁਹਾਡੇ ਨਾਲ ਗੱਲ ਕਰਦਾ ਕਿ ਤੁਸੀਂ ਉਸ ਸਲਾਹ ਨੂੰ ਮੰਨਦੇ ਹੋ। ਅੱਜ ਅਸੀਂ ਵੀ, ਮੈਂ ਵੀ ਹਰ ਰੋਜ਼ 11 ਵਜੇ ਲਾਈਵ ਹੋ ਕੇ ਮੈਂ ਵੀ ਪਰਮੇਸ਼ਰ ਦੀ ਸਲਾਹ ਹੀ ਤੁਹਾਡੇ ਤੱਕ ਪਹੁੰਚਾਉਣਾ ਆ। ਹੋਰ ਵੀ ਪਰਮੇਸ਼ਰ ਦੇ ਦਾਸ ਦਿਨ ਭਰ ਪਰਮੇਸ਼ਰ ਦੀ ਸਲਾਹ ਤੁਹਾਡੇ ਨਾਲ ਵੰਡਦੇ ਰਹਿੰਦੇ ਨੇ। ਅੱਗੇ ਸ਼ਰਤ ਹੈ ਤੁਸੀਂ ਉਹ ਸਲਾਹ ਨੂੰ ਮੰਨ ਕੇ ਚੱਲਣਾ ਜਾਂ ਨਹੀਂ ਚੱਲਣਾ। ਪਰ ਉਹਦੀ ਸਲਾਹ ਦੇ ਬਾਰੇ ਕੀ ਕਿਹਾ ਗਿਆ? ਉਹਦੀ ਸਲਾਹ ਅਚਰਜ ਸਲਾਹ ਆ। ਦੁਨੀਆ ਦਾ ਕੋਈ ਵੀ ਵਿਅਕਤੀ ਉਹਦੇ ਵਰਗੀ ਸਲਾਹ ਨਹੀਂ ਦੇ ਸਕਦਾ। ਦੁਨੀਆ ਤੇ ਕੋਈ ਵੀ ਇਨਸਾਨ ਉਹਦੇ ਵਰਗੀ ਸਲਾਹ ਪੇਸ਼ ਨਹੀਂ ਕਰ ਸਕਦਾ। ਜੇਕਰ ਉਹਦੀ ਸਲਾਹ ਤੇ ਚੱਲੋਗੇ, ਤੁਹਾਡੇ ਜੀਵਨ 'ਚ ਇਹ ਸਭ ਤੋਂ ਵੱਡਾ ਅਚਰਜ ਕੰਮ ਹੋਏਗਾ ਕਿ ਤੁਸੀਂ ਯਹੋਵਾ ਪਰਮੇਸ਼ਰ ਦੀ ਸਲਾਹ ਤੇ ਚੱਲ ਰਹੇ ਹੋ। ਯਹੋਵਾ ਦਾ ਆਤਮਾ, ਬੁੱਧ ਦਾ ਆਤਮਾ, ਸਮਝ ਦਾ ਆਤਮਾ ਤੇ ਸਲਾਹ ਦਾ ਆਤਮਾ, ਹਾਂਜੀ, ਤੇ ਸਮਰੱਥਾ ਦਾ ਆਤਮਾ, ਤੇ ਸਮਰੱਥਾ ਦਾ ਆਤਮਾ, ਇਹ ਤਾਕਤ ਦਾ ਆਤਮਾ ਆ, ਇਹ ਬਲ ਦਾ ਆਤਮਾ ਆ। ਜੇ ਤੁਸੀਂ ਇਹਨੂੰ ਆਪਣੇ ਜੀਵਨਾਂ 'ਚ ਰਿਸੀਵ ਕਰਦੇ ਹੋ, ਜਦੋਂ ਇਹਨੂੰ ਪਵਿੱਤਰ ਆਤਮਾ ਪਾਉਂਦੇ ਹੋ, ਤੁਸੀਂ ਆਪਣੇ ਅੰਦਰ ਇੱਕ ਸਾਮਰਥ, ਇੱਕ ਬਲ ਮਹਿਸੂਸ ਕਰਦੇ ਹੋ। ਹਰ ਪਰੇਸ਼ਾਨੀ ਨਾਲ ਲੜਨ ਦਾ ਬਲ, ਸ਼ੈਤਾਨ ਦੀ ਹਰ ਚਲਾਕੀ ਦੇ ਨਾਲ ਲੜਨ ਦਾ ਬਲ, ਸ਼ੈਤਾਨ ਦੀ ਹਰ ਤਾਕਤ ਦੇ ਨਾਲ ਲੜਨ ਦਾ ਬਲ, ਔਰ ਮਸੀਹੀ ਜੀਵਨ ਦੇ ਵਿੱਚ ਦਾ ਬਲ, ਹਰ ਇੱਕ ਚੀਜ਼ ਦਾ ਬਲ ਇਹਦੇ ਵਿੱਚ ਆ। ਸਲਾਹ ਦਾ ਆਤਮਾ ਹੈ, ਸਮਝ ਦਾ ਆਤਮਾ ਆ, ਔਰ ਸਾਮਰਥ ਦਾ ਆਤਮਾ ਆ। ਨੰਬਰ 6, ਯਹੋਵਾ ਦੇ ਗਿਆਨ ਅਤੇ ਭੈ ਦਾ ਆਤਮਾ। ਫਿਰ ਇਹ ਯਹੋਵਾ ਦੇ ਗਿਆਨ ਦਾ ਆਤਮਾ। ਯਹੋਵਾ ਦਾ ਗਿਆਨ ਕੀ ਆ? ਅੱਜ ਦੁਨੀਆ ਕਹਿੰਦੀ ਆ ਕਿ ਪਤਾ ਨਹੀਂ ਕਿਹੜੀ ਤਰੀਕ ਆ ਦੱਸੀ ਆ, ਇਸ ਤਰੀਕ ਤੇ ਦੁਨੀਆ ਨਸ਼ਟ ਹੋ ਜਾਣੀ ਆ। ਫਿਰ 2012 ਦੇ ਵਿੱਚ ਖਬਰ ਆਈ ਦੁਨੀਆ ਨਸ਼ਟ ਹੋ ਜਾਣੀ ਆ। ਅਲੱਗ-ਅਲੱਗ ਤਰੀਕੇ ਦੇ ਨਾਲ ਲੋਕ ਅਫਵਾਹਾਂ ਉਡਾਉਂਦੇ ਨੇ ਇਹ ਧਰਤੀ ਨਾਸ਼ ਹੋਣ ਵਾਲੀ ਆ। ਪਰ ਯਹੋਵਾ ਦੇ ਗਿਆਨ ਦਾ ਆਤਮਾ ਆ, ਉਹ ਚਾਹੇ ਦੁਨੀਆ ਦੇ ਪੜ੍ਹਿਆ ਲਿਖਿਆ ਨਹੀਂ, ਇਹ ਯਹੋਵਾ ਦਾ ਗਿਆਨ ਦਾ ਆਤਮਾ ਕੀ ਆ? ਇਹ ਮੂਰਖਾਂ ਨੂੰ ਵੀ ਬੁੱਧਵਾਨ ਬਣਾ ਦਿੰਦਾ ਆ। ਤਾਂ ਇਹ ਕਹਿੰਦਾ ਮੈਂ ਮੂਰਖਾਂ ਨੂੰ ਚੁਣ ਲਿਆ ਕਿ ਵੱਡੇ ਵੱਡੇ ਬੁੱਧਵਾਨਾਂ ਨੂੰ ਮੈਂ ਕੀ ਕਰਾਂ? ਲੱਜਿਆਵਾਨ ਕਰਾਂ, ਹੈਰਾਨ ਕਰ ਦਵਾਂ। ਜਿਹਦੇ ਅੰਦਰ ਇਹ ਆਤਮਾ ਜਾਂਦਾ ਆ, ਉਹਨੂੰ ਗਿਆਨ ਆ ਜਾਂਦਾ ਆ। ਗਿਆਨ ਕਾਹਦਾ? ਛੋਟੀ ਜੀ ਗੱਲ, ਦੁਨੀਆ ਕਹਿ ਰਹੀ ਧਰਤੀ ਨਾਸ਼ ਹੋ ਜਾਣੀ ਆ, ਪਰ ਇੱਕ ਇਨਸਾਨ ਚਾਹੇ ਉਹ ਘੱਟ ਪੜਿਆ ਵੀ ਆ, ਜਿਹਨੂੰ ਇਹ ਯਹੋਵਾ ਦਾ ਗਿਆਨ ਦਾ ਆਤਮਾ ਮਿਲ ਗਿਆ, ਉਹ ਦਾਅਵੇ ਦੇ ਨਾਲ ਕਹੇਗਾ ਭਾਈ ਸਾਹਿਬ, ਅੱਜ ਵੀ ਜੇਕਰ ਸਾਡਾ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਤੇ ਆ ਜਾਂਦਾ ਆ, ਅੱਜ ਵੀ ਜੇਕਰ ਉਹ ਆ ਜਾਂਦਾ, ਤੇ ਅੱਜ ਤੋਂ ਲੈ ਕੇ 1007 ਸਾਲ ਇਸ ਧਰਤੀ ਨੂੰ ਕੁਝ ਵੀ ਹੋਣ ਵਾਲਾ ਨਹੀਂ। ਉਹਦਾ ਮਤਲਬ ਕੀ? ਕਿ 7 ਸਾਲ ਨੇ ਵਿਰੋਧੀ ਮਸੀਹ ਦੇ, ਔਰ 1000 ਸਾਲ ਹੈ ਯਿਸੂ ਮਸੀਹ ਦੇ ਰਾਜ ਦਾ ਸਾਲ, ਜਿਹੜਾ ਕਿ ਸੰਤਾਂ ਦੇ ਹੋਣ ਵਾਲਾ ਆ। ਇਸ ਤੋਂ ਬਾਅਦ ਇੱਕ ਆਮ ਵਿਸ਼ਵਾਸੀ ਇਹ ਵੀ ਦੱਸ ਸਕਦਾ ਆ ਕਿ ਭਾਈ ਉਸ ਧਰਤੀ ਦੇ ਨਾਸ਼ ਹੋਣ ਤੋਂ ਬਾਅਦ ਇੱਕ ਨਵੀਂ ਧਰਤੀ, ਇੱਕ ਨਵਾਂ ਆਕਾਸ਼ ਆਵੇਗਾ, ਔਰ ਉਹਦੇ ਵਿੱਚ ਸਿਰਫ ਯਿਸੂ ਮਸੀਹ ਹੀ ਉਸ ਦਾ ਰਾਜਾ ਹੋਵੇਗਾ, ਔਰ ਹਮੇਸ਼ਾ ਹਮੇਸ਼ਾ ਅਨੰਤ ਕਾਲ ਤੱਕ ਉਹਦੇ ਪਿਆਰੇ ਉਹਦੇ ਨਾਲ ਰਾਜ ਕਰਨਗੇ। ਮਤਲਬ ਧਰਤੀ ਦੀ ਸ਼ੁਰੂਆਤ ਤੋਂ ਇਹਨਾਂ ਸਮਿਆਂ ਦੇ ਐਂਡ ਤੱਕ ਸਭ ਕੁਝ ਇੱਕ ਆਮ ਇਨਸਾਨ ਦੱਸ ਸਕਦਾ ਆ। ਕੌਣ ਦੱਸੇਗਾ? ਜਿਹਦੇ ਕੋਲ ਉਹਦਾ ਇਹ ਪਵਿੱਤਰ ਆਤਮਾ ਆ ਗਿਆ, ਕਿਉਂਕਿ ਇਹ ਪਰਮੇਸ਼ਰ ਦਾ ਆਤਮਾ ਆ, ਕਿਉਂਕਿ ਬੁੱਧ ਦਾ ਆਤਮਾ ਆ, ਕਿਉਂਕਿ ਇਹ ਸਮਝ ਦਾ ਆਤਮਾ ਆ, ਸਲਾਹ ਦਾ ਆਤਮਾ ਆ, ਇਹਦੇ ਵਿੱਚ ਸਾਮਰਥ ਆ, ਇਹਦੇ ਵਿੱਚ ਯਹੋਵਾ ਦਾ ਗਿਆਨ ਹੈ। ਨੰਬਰ 7 ਪੜ੍ਹੀਏ ਜੀ। ਅਤੇ ਭੈ ਦਾ ਆਤਮਾ। ਇਹ ਭੈ ਦਾ ਆਤਮਾ ਆ, ਇਹ ਸ਼ੈਤਾਨ ਦੇ ਭੈ ਦਾ ਆਤਮਾ ਨਹੀਂ ਆ। ਵਚਨ 'ਚ ਲਿਖਿਆ ਇਹ ਗੁਲਾਮੀ ਦਾ ਆਤਮਾ ਨਹੀਂ ਹੈ ਕਿ ਫਿਰ ਤੁਸੀਂ ਕੀ ਕਰੋ? ਡਰੋ। ਇਹ ਉਹ ਵਾਲਾ ਡਰ ਨਹੀਂ ਆ ਕਿ ਸ਼ੈਤਾਨ ਤੋਂ ਨਹੀਂ ਡਰਨਾ। ਇਹਦਾ ਮਤਲਬ ਹੈ ਸ਼ੈਤਾਨ ਤੋਂ ਨਹੀਂ ਡਰਨਾ, ਪਰ ਆਪਣੇ ਯਹੋਵਾ ਪਰਮੇਸ਼ਰ ਤੋਂ ਹਮੇਸ਼ਾ ਡਰਦੇ ਰਹਿਣਾ ਆ। ਜਿਸ ਇਨਸਾਨ ਦੇ ਅੰਦਰ ਇਹ ਆਤਮਾ ਆ ਜਾਵੇਗਾ, ਜਿਸ ਇਨਸਾਨ ਦੇ ਅੰਦਰ ਇਹ ਪਵਿੱਤਰ ਆਤਮਾ ਆ ਜਾਵੇਗਾ, ਉਹ ਹਮੇਸ਼ਾ ਆਪਣੇ ਯਹੋਵਾ ਪਰਮੇਸ਼ਰ ਤੋਂ ਡਰਦਾ ਰਹੇਗਾ।
ਜ਼ੁਬਾਨ ਤੋਂ ਇੱਕ ਗੱਲ ਕਰਨ ਤੋਂ ਪਹਿਲਾਂ, ਆਪਣੇ ਜੀਵਨ 'ਚ ਇੱਕ ਵੀ ਗਲਤੀ ਕਰਨ ਤੋਂ ਪਹਿਲਾਂ ਉਹਨੂੰ ਇਹ ਡਰ ਆਏਗਾ, ਮੇਰੇ ਅੰਦਰ ਕਿਹਦਾ ਆਤਮਾ ਆ? ਯਹੋਵਾ ਦਾ ਆਤਮਾ ਆ। ਮੈਂ ਗਲਤੀ ਨਹੀਂ ਕਰਾਂਗਾ, ਮੈਂ ਪਾਪ ਨਹੀਂ ਕਰਾਂਗਾ। ਉਹ ਪਾਪ ਕਰਨ ਤੋਂ, ਗਲਤੀ ਕਰਨ ਤੋਂ, ਡਿੱਗਣ ਤੋਂ ਹਮੇਸ਼ਾ ਡਰਦਾ ਰਹੇਗਾ, ਕਿਉਂਕਿ ਕਿਹੜਾ ਆਤਮਾ ਆ ਗਿਆ ਉਹਦੇ ਅੰਦਰ? ਯਹੋਵਾ ਦੇ ਭੈ ਦਾ ਆਤਮਾ। ਅੱਜ ਅਸੀਂ ਦੇਖਦੇ ਹਾਂ, ਲੋਕ ਕਹਿੰਦੇ ਨੇ ਅਸੀਂ ਪਵਿੱਤਰ ਆਤਮਾ ਦਾ ਵਰਦਾਨ ਪਾ ਚੁੱਕੇ ਹਾਂ, ਪਰ ਗਲਤੀ ਕਰਨ ਤੋਂ ਨਹੀਂ ਡਰਦੇ, ਹੋ ਪਾਪ ਕਰਨ ਤੋਂ ਨਹੀਂ ਡਰਦੇ। ਝਾਟੀ ਗਲਤੀ ਫਸ ਜਾਂਦੇ, ਝਾਟੀ ਪਾਪ 'ਚ ਡਿੱਗ ਜਾਂਦੇ ਨੇ। ਫਿਰ ਕੀ ਅੰਦਾਜ਼ਾ ਲਾਇਆ ਜਾ ਸਕਦਾ? ਉਹ ਸਿਰਫ ਇਹ ਆਤਮਾ ਪਾਉਣ ਦਾ ਢੋਂਗ ਹੀ ਕਰ ਰਹੇ ਨੇ, ਅਸਲ 'ਚ ਆਤਮਾ ਨਹੀਂ ਆਇਆ ਹਜੇ ਤੱਕ ਉਹਨਾਂ ਦੇ ਅੰਦਰ। ਜਿਹਦੇ ਅੰਦਰ ਮੇਰੇ ਪਿਆਰਿਓ ਆਤਮਾ ਆ ਜਾਂਦਾ ਆ, ਉਹ ਗਲਤੀ ਨਹੀਂ ਕਰੇਗਾ, ਕਿਉਂਕਿ ਯਹੋਵਾ ਦਾ ਡਰ ਹਮੇਸ਼ਾ ਉਹਦੇ ਜੀਵਨ 'ਚ ਰਹੇਗਾ। ਇਹ 7 ਪੈਕੇਜ, ਇਹ 7 ਵਰਦਾਨ ਜਾਂ ਇਹ 7 ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹਨੂੰ ਅਸੀਂ ਪਵਿੱਤਰ ਆਤਮਾ ਕਹਿੰਦੇ ਆ। ਪਵਿੱਤਰ ਆਤਮਾ ਕੱਲਾ 2 ਲਫ਼ਜ਼ਾਂ ਦਾ ਆਤਮਾ ਨਹੀਂ ਹੈ। ਪਵਿੱਤਰ ਆਤਮਾ ਦਾ ਮਤਲਬ ਇਹ ਯਹੋਵਾ ਦਾ ਆਤਮਾ ਹੈ। ਪਵਿੱਤਰ ਆਤਮਾ ਦਾ ਮਤਲਬ ਇਹ ਬੁੱਧ ਦਾ ਆਤਮਾ ਹੈ। ਪਵਿੱਤਰ ਆਤਮਾ ਦਾ ਮਤਲਬ ਇਹ ਸਮਝ ਦਾ ਆਤਮਾ ਹੈ। ਪਵਿੱਤਰ ਆਤਮਾ ਦਾ ਮਤਲਬ ਇਹ ਸਲਾਹ ਦਾ ਆਤਮਾ ਹੈ। ਪਵਿੱਤਰ ਆਤਮਾ ਦਾ ਮਤਲਬ ਇਹ ਸਾਮਰਥ ਬਲ ਦਾ ਆਤਮਾ ਹੈ। ਪਵਿੱਤਰ ਆਤਮਾ ਦਾ ਮਤਲਬ ਇਹ ਯਹੋਵਾ ਦੇ ਗਿਆਨ ਦਾ ਆਤਮਾ ਹੈ। ਪਵਿੱਤਰ ਆਤਮਾ ਦਾ ਮਤਲਬ ਇਹ ਯਹੋਵਾ ਦੇ ਭੈ ਦਾ ਆਤਮਾ ਹੈ। ਕੀ ਇਹ ਆਤਮਾ ਪਾਇਆ ਤੁਸੀਂ ਮੇਰੇ ਪਿਆਰਿਓ? ਕਿ ਇਹ ਆਤਮਾ ਪਾ ਚੁੱਕੇ ਹੋ? ਜੇ ਨਹੀਂ ਪਾਇਆ ਤੇ ਅੱਜ ਹੀ ਇਸ ਆਤਮਾ ਦੇ ਵਰਦਾਨ ਨੂੰ ਪਾਉਣ ਦੇ ਲਈ ਪ੍ਰਾਰਥਨਾ ਕਰਦੇ ਰਹੋ। ਪਵਿੱਤਰ ਆਤਮਾ ਕਹਿਣ ਦਾ ਆਤਮਾ ਨਹੀਂ ਆ ਕਿ ਪਵਿੱਤਰ ਆਤਮਾ ਆ, ਉਹਦੇ ਅੰਦਰ ਇਹ 7 ਚੀਜ਼ਾਂ ਵੀ ਆ। ਤੋ 7 ਚੀਜ਼ਾਂ ਨੇ, ਇਹ 7 ਤਰ੍ਹਾਂ ਦੇ ਆਤਮੇ ਇੱਕ ਆਤਮੇ ਦੇ ਰੂਪ 'ਚ ਨੇ। ਤੇ ਇਹ 7 ਚੀਜ਼ਾਂ ਜਦੋਂ ਅਸੀਂ ਪੁਰਾਣੇ ਨਿਯਮ 'ਚ ਜਾਂਦੇ ਆ, ਉਦੋਂ ਸਾਨੂੰ ਇਹ 7 ਚੀਜ਼ਾਂ ਪਾਇਆ ਇੱਕ ਸ਼ਖਸ ਨਜ਼ਰ ਆਉਂਦਾ ਆ। ਉਹ ਸ਼ਖਸ ਦਾ ਨਾਮ ਆ ਸਮਸੂਨ, ਕਿਉਂਕਿ ਉਹਦੇ ਸਿਰ ਤੇ ਅਸੀਂ ਦੇਖਦੇ ਆ 7 ਜਟਾਂ ਸਨ। 7 ਜੜਾਂ ਸੀ। ਉਹ 7 ਜੜਾਵਾਂ, ਜੋ ਉਹ 7 ਜਟਾਂ ਉਸ ਪਵਿੱਤਰ ਆਤਮਾ ਨੂੰ ਦਰਸਾਉਂਦੀਆਂ ਨੇ। 7 ਜਟਾਂ ਦੇ ਨੂੰ ਅਸੀਂ ਇੱਕ ਇੱਕ ਕਰਕੇ ਪੜ੍ਹ ਸਕਦੇ ਹਾਂ। ਯਹੋਵਾ ਦਾ ਆਤਮਾ, ਬੁੱਧ ਦਾ ਆਤਮਾ, ਸਮਝ ਦਾ ਆਤਮਾ, ਸਲਾਹ ਦਾ ਆਤਮਾ, ਗਿਆਨ ਦਾ ਆਤਮਾ, ਸਾਮਰ ਦਾ ਆਤਮਾ ਔਰ ਯਹੋਵਾ ਦੇ ਭੈ ਦਾ ਆਤਮਾ। ਮੇਰੇ ਪਿਆਰਿਓ, ਪਿਛਲੇ ਦਿਨਾਂ 'ਚ ਵੀ ਅਸੀਂ ਵਚਨ 'ਚੋਂ ਪ੍ਰਚਾਰ ਕਰ ਰਹੇ ਸੀ। ਮੈਂ ਦੱਸ ਰਿਹਾ ਸੀ ਕਿ ਪਵਿੱਤਰ ਆਤਮਾ ਪਾਇਆ ਹੋਇਆ ਇਨਸਾਨ ਇੱਕ ਆਤਮਿਕ ਸਮਸੂਨ ਹੈ। ਦੁਨੀਆ 'ਚ ਜੇ ਬਾਈਬਲ ਦੀ ਹਿਸਟਰੀ ਦੇ ਵਿੱਚ ਜੇਕਰ ਕੋਈ ਸਭ ਤੋਂ ਵੱਧ ਤਾਕਤਵਰ ਸੂਰਮਾ ਹੋਇਆ ਸਮਸੂਨ। ਸਮਸੂਨ ਨੂੰ ਭੇਜ ਕੇ ਪਰਮੇਸ਼ਰ ਤੁਹਾਨੂੰ ਕੀ ਦੱਸਣਾ ਚਾਹੁੰਦਾ ਆ? ਜਿਹਦੇ ਉੱਤੇ ਇਹ ਪਵਿੱਤਰ ਆਤਮਾ ਆ, ਜਿਹਦੇ ਉੱਤੇ 7 ਆਤਮਾ ਦਾ ਵਰਦਾਨ ਆ, 7 ਆਤਮੇ ਆ, ਉਹ ਮੇਰੇ ਲਈ ਇੱਕ ਆਤਮਿਕ ਸਮਸੂਨ ਆ। ਤੁਸੀਂ ਜਾਣਦੇ ਹੋ ਸਮਸੂਨ ਨੂੰ ਕੋਈ ਬੰਨ ਨਹੀਂ ਸੀ ਸਕਦਾ, ਕਿਉਂਕਿ ਕਿਸੇ को डरदा नहीं सी, क्योंकि डरदा आत्मा नहीं सी। समसून किसी दे बंधन च नहीं सी रहिंदा, क्योंकि उहदे अंदर गुलामी दा आत्मा नहीं सी। तो आइए पढ़ते हैं कि इस तरह समसून दे जीवन दे विच एक काम कीता। और मेरे प्यारिओ, एक सब तो वड्डी वार्निंग आ परमेश्वर दे वचन च लिखिया यह सामर दा आत्मा है, और एक वार्निंग दी गई आ कि इस आत्मा नू कदे भी दुखी ना करो, इस आत्मा नू कदे भी शोकित ना करो, इस आत्मा नू कदे भी बुझाओ ना। हमेशा इस आत्मा की आज्ञाकारी करो, हमेशा इस आत्मा नू इस आत्मा दी सुनते रहो। ये वेले सिर तुहाडी की करदा है। जे तुसी इनू दुखी करते हो, जेकर तुसी इनू परेशान करते हो, इनू खिजाउंदे हो, तो हो सकता है पवित्र आत्मा तुहाडे जीवन च काम करना बंद कर देवे और तुहानू तुहाडी मर्जी ते छड्ड देवे। ते जदों तुहानू ये तुहाडी मर्जी ते छड्ड देवेगा ना, फिर समसून वर्गा हाल होवेगा। तो आइए पढ़ते हैं होया की आ। समसून दी कहानी न्यायियां दी किताब दे विच लिखी हुई है। तुसी चाहो ते न्याय इनू तुसी सारा पढ़ सकते हो, पर असी कुछ गल्लां समसून दे
ਨਿਆਂਇਆਂ 14 ਬਾਬ ਉਹਦਾ 5 ਤੋਂ ਲੈ ਕੇ 7 ਤੱਕ ਪੜ੍ਹੀਏ। ਤਦ ਸਮਸੂਨ ਅਤੇ ਹੱਥ ਵੱਲ ਉਤਰੇ ਲਿਖਿਆ ਸਮਸੂਨ ਤੇ ਸਮਸੂਨ ਦੇ ਮਾਪੇ ਤਿਮਨਾਥ ਦੇ ਵੱਲ ਗਏ। ਹਾਂ, ਅਤੇ ਤਿਮਨਾਥ ਦੇ ਦਾਖ ਦੇ ਬਾਗਾਂ ਵਿੱਚ ਅਪੜੇ। ਔਰ ਲਿਖਿਆ ਤਿਮਨਾਥ ਜਾ ਰਹੇ ਸੀ ਔਰ ਉੱਥੇ ਅੰਗੂਰ ਦੇ ਬਾਗਾਂ ਦੇ ਨਜ਼ਦੀਕ ਹੋ ਗਏ ਤਾਂ ਵੇਖੋ ਇੱਕ ਜਵਾਨ ਬੱਬਰ ਸ਼ੇਰ ਉਹਦੇ ਸਾਹਮਣੇ ਆ ਗੱਜਿਆ। ਲਿਖਿਆ ਵੇਖੋ ਇੱਕ ਜਵਾਨ ਬੱਬਰ ਸ਼ੇਰ ਉਹਦੇ ਸਾਹਮਣੇ ਆ ਕੇ ਗੱਜਣਾ ਸ਼ੁਰੂ ਕਰ ਦਿੱਤਾ। ਤਾਂ ਯਹੋਵਾ ਦਾ ਆਤਮਾ ਸਮਸੂਨ ਉੱਤੇ ਜ਼ੋਰ ਨਾਲ ਆਇਆ। ਕਿਹੜਾ ਆਤਮਾ? ਯਹੋਵਾ ਦਾ ਆਤਮਾ। ਪੜਿਆ ਸੀ ਨਾ, ਇਹ ਕੀ ਕਿਹੜਾ ਆਤਮਾ ਆ? ਯਹੋਵਾ ਦਾ ਆਤਮਾ। ਲਿਖਿਆ ਯਹੋਵਾ ਦਾ ਆਤਮਾ ਸਮਸੂਨ ਦੇ ਉੱਤੇ ਆਇਆ। ਹਾਂ, ਤਾਂ ਯਹੋਵਾ ਦਾ ਆਤਮਾ ਸਮਸੂਨ ਉੱਤੇ ਜ਼ੋਰ ਨਾਲ ਆਇਆ। ਯਹੋਵਾ ਦਾ ਆਤਮਾ ਸਮਸੂਨ ਉੱਤੇ ਜ਼ੋਰ ਨਾਲ ਆਇਆ। ਅਤੇ ਭਾਵੇਂ ਉਹਦੇ ਹੱਥ ਵਿੱਚ ਕੁਝ ਵੀ ਨਹੀਂ ਸੀ, ਹਾਂ, ਪਰ ਉਹਨੇ ਉਸ ਨੂੰ ਇਉਂ ਪਾੜਿਆ ਜੇਕਰ ਪਠੋਰੇ ਨੂੰ ਪਾੜਦੇ ਹਨ। ਕਹਿੰਦਾ ਉਹਨੇ ਉਸ ਇੱਕ ਵੱਡੇ ਬੱਬਰ ਸ਼ੇਰ ਨੂੰ ਇਸ ਤਰ੍ਹਾਂ ਪਾੜ ਦਿੱਤਾ ਜਿਸ ਤਰ੍ਹਾਂ ਇੱਕ ਛੋਟੇ ਜਿਹੇ ਲੇਲੇ ਨੂੰ ਪਾੜ ਦਿੰਦੇ ਨੇ। ਮੇਰੇ ਪਿਆਰਿਓ, ਇਹ ਆਓ ਯਹੋਵਾ ਦਾ ਆਤਮਾ। ਜਿੱਦਣ ਤੁਸੀਂ ਆਪਣੇ ਅੰਦਰ ਇਸ ਆਤਮਾ ਨੂੰ ਮਹਿਸੂਸ ਕਰੋਗੇ ਨਾ, ਜਿਹਦੇ ਅੰਦਰ ਇਹ ਸੱਚਮੁੱਚ ਯਹੋਵਾ ਦਾ ਆਤਮਾ ਹੈਗਾ ਆ, ਸ਼ੈਤਾਨ ਤੁਹਾਡੇ ਸਾਹਮਣੇ ਇੱਕ ਸ਼ੈਤਾਨ ਕੀ ਸਾਡੇ ਸਾਹਮਣੇ ਇੱਕ ਛੋਟੇ ਬੱਕਰੀ ਦੇ ਬੱਚੇ ਦੀ ਤਰ੍ਹਾਂ। ਬੇਸ਼ੱਕ ਉਹ ਸ਼ੇਰ ਵਾਂਗੂ ਦਹਾੜੇ, ਬੇਸ਼ੱਕ ਉਹ ਸ਼ੇਰ ਵਾਂਗੂ ਲਲਕਾਰੇ, ਪਰ ਜਿੱਦਣ ਤੁਸੀਂ ਉਹਦਾ ਸਾਹਮਣਾ ਕਰਨ ਗਏ ਨਾ, ਇੱਕ ਛੋਟਾ ਬੱਕਰੀ ਦਾ ਬੱਚਾ ਆਇਆ, ਉਹਨੂੰ ਤੁਸੀਂ ਕੀ ਕਰ ਸਕਦੇ ਹੋ? ਪਰ ਇਹ ਪ੍ਰਾਪਤ ਕਰਨਾ ਪੈਣਾ ਆ। ਇਹ ਆ ਬਲ ਦਾ ਆਤਮਾ, ਇਹ ਆ ਯਹੋਵਾ ਦਾ ਆਤਮਾ। ਸ਼ੈਤਾਨ ਜ਼ਬਰਦਸਤੀ ਤੁਹਾਨੂੰ ਝੁਕਾ ਨਹੀਂ ਸਕਦਾ। ਸ਼ੈਤਾਨ ਜਿੰਨਾ ਮਰਜ਼ੀ ਤੁਹਾਡੇ ਸਾਹਮਣੇ ਗਰਜੇ, ਤੁਹਾਡੇ ਤੇ ਹਮਲਾ, ਉਹਨੂੰ ਪਤਾ ਆ ਇਹ ਉਹੀ ਆਤਮਾ ਆ, ਇਹ ਉਹੀ ਯਹੋਵਾ ਦਾ ਆਤਮਾ ਜਿਹੜਾ ਸਮਸੂਨ ਚ ਕੰਮ ਕਰਦਾ ਸੀ। ਮੇਰੇ ਇਸ ਬੱਬਰ ਸ਼ੇਰ ਦੇ ਰੂਪ ਨੂੰ ਇਹ ਇਸ ਤਰ੍ਹਾਂ ਦਵਸਤ ਕਰਦਾ ਆ ਜਿਸ ਤਰ੍ਹਾਂ ਇੱਕ ਛੋਟੇ ਬੱਕਰੀ ਦੇ ਬੱਚੇ ਨੂੰ। ਇਹ ਆ ਮੇਰੇ ਪਿਆਰਿਓ ਪਵਿੱਤਰ ਆਤਮਾ। ਤੁਸੀਂ ਕੀ ਕਹੋਗੇ? ਸ਼ੈਤਾਨ ਨੇ ਤੁਹਾਡੇ ਨਾਲ ਜ਼ਬਰਦਸਤੀ ਕਰ ਲਈ? ਜੇਕਰ ਤੁਸੀਂ, ਲਿਖਿਆ ਇਹ ਆਤਮਾ ਗੁਲਾਮੀ ਦਾ ਆਤਮਾ ਨਹੀਂ ਹੈ, ਡਰ ਦਾ ਆਤਮਾ ਨਹੀਂ ਹੈ। ਜੇਕਰ ਤੁਸੀਂ ਸ਼ੈਤਾਨ ਤੋਂ ਡਰਦੇ ਹੋ, ਜੇਕਰ ਤੁਸੀਂ ਸ਼ੈਤਾਨ ਦੀ ਮੰਨਦੇ ਹੋ, ਜੇਕਰ ਤੁਸੀਂ ਸ਼ੈਤਾਨ ਦੀ ਕਰਨੀਆਂ ਦੇ ਅਨੁਸਾਰ ਸ਼ੈਤਾਨ ਦੀ ਮਰਜ਼ੀ ਕਰਦੇ ਹੋ, ਤੇ ਇਹਦੇ ਵਿੱਚ ਤੁਹਾਡਾ 100% ਆਪਣਾ ਦੋਸ਼ ਆ, ਕਿਉਂਕਿ ਤੁਸੀਂ ਇਸ ਪਵਿੱਤਰ ਆਤਮਾ ਦੀ ਸ਼ਕਤੀ ਨੂੰ ਇਸਤੇਮਾਲ ਕੀਤਾ ਹੀ ਨਹੀਂ। ਲਿਖਿਆ ਉਹਨੇ ਉਸ ਨੂੰ ਐਸਾ ਪਾੜਿਆ ਜਿਸ ਤਰ੍ਹਾਂ ਇੱਕ ਸ਼ੇਰ ਨੂੰ ਕੀ ਕਰਦੇ ਨੇ, ਬੱਕਰੀ ਦੇ ਬੱਚੇ ਨੂੰ ਕੀ ਪਾੜ ਦਿੰਦੇ ਨੇ। ਅੱਗੇ ਪੜ੍ਹਦੇ ਹਾਂ ਜੀ। ਪਹਿਲਾ ਸੀ ਬੱਬਰ ਸ਼ੇਰ ਦੇ ਦੁਆਰਾ। ਸ਼ੈਤਾਨ ਬੱਬਰ ਸ਼ੇਰ ਦੇ ਦੁਆਰਾ ਵੀ ਉਹਦੇ ਜੀਵਨ 'ਚ ਕੰਮ ਨਹੀਂ ਕਰ ਸਕਿਆ। ਅੱਗੇ ਪੜ੍ਹਦੇ ਹਾਂ ਬੁਝਾਰਤਾਂ ਦੇ ਦੁਆਰਾ। 14 ਬਾਬ ਉਹਦਾ 19 ਵਚਨ ਪੜ੍ਹੀਏ ਜੀ। ਇਹਦਾ 14 ਤੋਂ 19 ਤੱਕ ਪੜ੍ਹ ਦਈਏ। ਫਿਰ ਯਹੋਵਾ ਦਾ ਆਤਮਾ ਡਾਢੇ ਜ਼ੋਰ ਨਾਲ ਉਹਦੇ ਉੱਤੇ ਆਇਆ। ਹਾਂ, ਅਤੇ ਉਹ ਅਸ਼ਕਲੋਨ ਨੂੰ ਲੈ ਗਿਆ। 14 ਤੋਂ ਪੜ੍ਹੀਏ, 14 ਦੀ 14 ਤੋਂ 19 ਤੱਕ। ਤਾਂ ਉਹਨੇ ਆਖਿਆ, ਖਾਣ ਵਾਲੇ ਵਿੱਚੋਂ ਭੋਜਨ ਨਿਕਲਿਆ ਅਤੇ ਤਕੜੇ ਵਿੱਚੋਂ ਮਿਠਾਸ, ਅਤੇ ਉਹ 3 ਦਿਨਾਂ ਵਿੱਚ ਇਸ ਬੁਝਾਰਤ ਨੂੰ ਨਾ ਬੁਝ ਸਕੇ। 7ਵੇਂ ਦਿਨ ਉਹਨਾਂ ਨੇ ਸਮਸੂਨ ਦੀ ਵੋਟੀ ਨੂੰ ਆਖਿਆ, ਸਾਡੇ ਲਈ ਆਪਣੇ ਭਰਤੇ ਨੂੰ ਫਲਾਉਣੀਆਂ ਦੇ, ਜੋ ਉਹ ਸਾਥੋਂ ਬੁਝਾਰਤ ਬੁਝਾਵੇ, ਨਹੀਂ ਤਾਂ ਅਸੀਂ ਤੈਨੂੰ ਅਤੇ ਤੇਰੇ ਪਿਓ ਦੇ ਘਰ ਨੂੰ ਅੱਗ ਨਾਲ ਸਾੜ ਸੁੱਟਾਂਗੇ। ਭਲਾ ਇਸੇ ਵਾਸਤੇ ਹੀ ਤੁਸੀਂ ਸਾਨੂੰ ਸੱਦਿਆ ਸੀ ਕਿ ਜੋ ਕੁਝ ਸਾਡਾ ਹੈ ਸੋ ਤੁਸੀਂ ਆਪਣਾ ਕਰ ਲਓ। ਤਦ ਸਮਸੂਨ ਦੀ ਵੋਟੀ ਉਹਦੇ ਅੱਗੇ ਰੋ ਕੇ ਬੋਲੀ, ਤੂੰ ਮੇਰੇ ਨਾਲ ਵੈਰ ਹੀ ਰੱਖਦਾ ਹੈ ਅਤੇ ਮੈਨੂੰ ਪਿਆਰ ਨਹੀਂ ਕਰਦਾ। ਤੈਂ ਮੇਰੇ ਲੋਕਾਂ ਦੇ ਪਰਿਵਾਰ ਅੱਗੇ ਇੱਕ ਬੁਝਾਰਤ ਪਾਈ ਹੈ, ਤੈਂ ਮੇਰੇ ਲੋਕਾਂ ਦੇ ਪਰਿਵਾਰ ਅੱਗੇ ਇੱਕ ਬੁਝਾਰਤ ਪਾਈ ਹੈ। ਔਰ ਆਖਿਆ, ਵੇਖ ਮੈਂ ਆਪਣੇ ਪਿਓ ਅਤੇ ਆਪਣੀ ਮਾਂ ਨੂੰ ਵੀ ਨਹੀਂ ਦੱਸੀ, ਸੋ ਭਲਾ ਮੈਂ ਤੈਨੂੰ ਦੱਸਾਂ। ਉਹ ਉਹਦੇ ਅੱਗੇ ਦਾਊਦ ਦੀਆਂ ਉਹਨਾਂ 7 ਦਿਨਾਂ ਤੋੜੀ ਰੋਂਦੀ ਰਹੀ। ਦੇਖ, ਉਹ ਉਹਨੂੰ ਇਮੋਸ਼ਨਲ ਬਲੈਕਮੇਲ ਕਰਦੀ ਰਹੀ, ਇਮੋਸ਼ਨਲ ਤੌਰ ਤੇ, ਮਾਨਸਿਕ ਤੌਰ ਤੇ ਉਹਨੂੰ ਤੋੜ ਦਿੱਤਾ। ਉਹਨੇ ਦੱਸ ਦਿੱਤਾ, ਪਰ ਫੇਰ ਵੀ ਉਹ ਡਿੱਗਿਆ ਨਹੀਂ। ਉਹ ਲਿਖਿਆ ਉਹ ਗਿਆ, ਉਹਨੇ ਜਾ ਕੇ 30 ਮਨੁੱਖ ਮਾਰੇ ਤੇ ਉਸ ਸ਼ਰਤ ਨੂੰ ਪੂਰਾ ਕਰ ਦਿੱਤਾ।
ਮੇਰੇ ਪਿਆਰਿਓ, ਸ਼ੈਤਾਨ ਤੁਹਾਡੇ ਜੀਵਨ ਦੇ ਵਿੱਚ ਬੱਬਰ ਸ਼ੇਰ ਦੇ ਰੂਪ ਚ ਆਏਗਾ। ਸ਼ੈਤਾਨ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਇਮੋਸ਼ਨਲ ਤੌਰ ਤੇ ਬਲੈਕਮੇਲ ਕਰਨ ਦੇ ਲਈ ਆਏਗਾ, ਆਪਣੇ ਲੋਕਾਂ ਦੇ ਦੁਆਰਾ, ਆਪਣੇ ਪਰਿਵਾਰਕ ਮੈਂਬਰਾਂ ਦੇ ਦੁਆਰਾ ਜਾਂ ਆਪਣੇ ਬੱਚਿਆਂ ਦੇ ਦੁਆਰਾ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੇ ਇਸ ਆਤਮਿਕ ਜੀਵਨ ਚੋਂ ਸੁੱਟਣ ਦੀ ਕੋਸ਼ਿਸ਼ ਕਰੇਗਾ। ਪਰ ਮੇਰੇ ਪਿਆਰਿਓ, ਤੁਸੀਂ ਹਮੇਸ਼ਾ ਆਤਮਾ 'ਚ ਜਾਗਦੇ ਰਹੋ। ਪਰਮੇਸ਼ਰ ਦਾ ਆਤਮਾ ਤੁਹਾਡੀ ਮਦਦ ਕਰੇਗਾ। ਇੱਥੇ ਵੀ ਲਿਖਿਆ ਪਰਮੇਸ਼ਰ ਦਾ ਆਤਮਾ ਉਹਦੇ ਤੇ ਕੀ ਹੋਇਆ? ਉਤਰਿਆ। ਅੱਗੇ ਪੜ੍ਹਦੇ ਹਾਂ ਜੀ 15 ਦੀ 9 ਤੋਂ ਲੈ ਕੇ 16 ਤੱਕ। ਤਾਂ ਫਿਲਿਸਤੀ ਚੜੇ ਅਤੇ ਯਹੂਦਾ ਦੇ ਦੇਸ਼ ਦੇ ਵਿਚਕਾਰ ਤੰਬੂ ਲਾਏ ਅਤੇ ਲਈ ਵਿੱਚ ਖਿੰਡ ਗਏ। ਅਤੇ ਯਹੂਦਾ ਦੇ ਲੋਕਾਂ ਨੇ ਉਹਨਾਂ ਨੂੰ ਆਖਿਆ, ਤੁਸੀਂ ਕਾਹਨੂੰ ਸਾਡੇ ਉੱਤੇ ਚੜ ਆਏ ਹੋ? ਹੁਣ ਇੱਥੇ ਅਸੀਂ ਕੀ ਪੜ੍ਹਦੇ ਆ ਕਿ ਸਮਸੂਨ ਨੂੰ ਉਹਦੇ ਆਪਣੇ ਕਬੀਲੇ ਬੰਨ ਕੇ ਉਹ ਫਿਲਿਸਤੀਆਂ ਦੇ ਅੱਗੇ ਪੇਸ਼ ਕਰਨਾ ਚਾਹਿਆ, ਕਿਉਂਕਿ ਫਿਲਿਸਤੀਆਂ ਤੋਂ ਘਬਰਾਉਂਦੇ ਸੀ, ਡਰਦੇ ਸੀ। ਇਹ ਵੀ ਤਿਆਰ ਹੋ ਗਿਆ। ਇਹਨੂੰ ਲਿਖਿਆ 2 ਨਵੇਂ ਰੱਸਿਆਂ ਦੇ ਨਾਲ ਬੰਨ ਦਿੱਤਾ ਗਿਆ। ਇਹਨੂੰ ਬੰਨ ਕੇ ਔਰ ਜਦੋਂ ਲੈ ਕੇ ਜਾ ਰਹੇ ਨੇ ਤਾਂ ਲਿਖਿਆ, ਤੁਸੀਂ ਬਾਅਦ ਜਾ ਕੇ ਪੜ੍ਹ ਲੈਣਾ, ਨਿਆਂਇਆਂ 15 ਦੀ 9 ਤੋਂ ਲੈ ਕੇ 16 ਤੱਕ, ਕਿ ਜਦੋਂ ਇਹ ਪਹਾੜ ਤੋਂ ਮੈਦਾਨ ਦੇ ਵਿੱਚ ਆਏ ਨੇ ਤੇ ਫਿਲਿਸਤੀ ਲਲਕਾਰ ਕੇ ਇਹਨੂੰ ਮਿਲਣ ਲੱਗੇ, ਲਲਕਾਰ ਕੇ ਇਹਨੂੰ ਫੜਨ ਲੱਗੇ। ਲਿਖਿਆ ਇੱਕ ਖੋਤੇ ਦਾ ਚਬਾੜਾ ਇਹਦੇ ਹੱਥ 'ਚ ਆ ਗਿਆ। ਉਸ ਖੋਤੇ ਦੇ ਚਬਾੜੇ ਦੇ ਦੁਆਰਾ ਹੀ ਇਹਨੇ 1000 ਲੋਕਾਂ ਨੂੰ ਉਸ ਜਗ੍ਹਾ ਤੇ ਮਾਰ ਦਿੱਤਾ। ਇਹ ਯਹੋਵਾ ਦੇ ਸਾਮਰਥ ਦਾ ਆਤਮਾ ਆ। ਆਪਣਿਆਂ ਦੇ ਦੁਆਰਾ ਵੀ, ਜੇਕਰ ਤੁਹਾਡੇ ਆਪਣੇ ਵੀ ਤੁਹਾਨੂੰ ਕਿਸੇ ਤਰੀਕੇ ਨਾਲ ਬੰਧਨ ਦੇ ਵਿੱਚ ਪਾ ਰਹੇ ਨੇ, ਤੁਹਾਨੂੰ ਸ਼ੈਤਾਨ ਦੀ ਗੁਲਾਮੀ 'ਚ ਪਾ ਰਹੇ ਨੇ, ਤੇ ਮੇਰੇ ਪਿਆਰਿਓ, ਉਸ ਗੁਲਾਮੀ ਵਿੱਚੋਂ ਛੁੱਟਣ ਦੀ ਮਦਦ ਕਰੇਗਾ। ਜਿਸ ਤਰ੍ਹਾਂ ਸਮਸੂਨ ਨੂੰ ਕੀ ਕੀਤਾ ਸੀ, ਇਹਨੇ ਬਚਾ ਲਿਆ। ਇੱਕ ਗਧੇ ਦੇ ਜਾਂ ਇੱਕ ਖੋਤੇ ਦੇ ਚਬਾੜੇ ਦੇ ਨਾਲ ਹੀ 3000 ਲੋਕਾਂ ਨੂੰ ਕੀ ਕਰ ਦਿੱਤਾ ਗਿਆ ਆ? 1000 ਲੋਕਾਂ ਨੂੰ ਕੀ ਕਰ ਦਿੱਤਾ ਗਿਆ ਆ? ਮਾਰ ਦਿੱਤਾ ਗਿਆ। ਇਹ ਆਓ ਪਵਿੱਤਰ ਆਤਮਾ, ਜਿਹੜਾ ਬੰਧਨ 'ਚ ਨਹੀਂ ਆਉਂਦਾ, ਜਿਹੜਾ ਕਿਸੇ ਗੁਲਾਮੀ 'ਚ ਨਹੀਂ ਆਉਂਦਾ। ਪਰ ਇੱਕ ਐਸੀ ਘਟਨਾ ਅਸੀਂ ਪੜ੍ਹਦੇ ਆ, ਇਹ 3 ਚੀਜ਼ਾਂ ਪੜ੍ਹੀਆਂ ਬੱਬਰ ਸ਼ੇਰ ਦੇ ਰੂਪ 'ਚ, ਕਿ ਡਰਾਉਣ ਦੇ ਰੂਪ ਨਹੀਂ ਕੀਤਾ, ਇਮੋਸ਼ਨਲੀ ਕਰਨ ਦੇ ਤਰੀਕੇ 'ਚ ਵੀ ਕੰਮ ਨਹੀਂ ਕੀਤਾ, ਆਪਣੇ ਲੋਕਾਂ ਦੇ ਦੁਆਰਾ ਜਾਂ ਆਪਣੇ ਰਿਸ਼ਤੇਦਾਰਾਂ ਦੇ ਦੁਆਰਾ ਬੰਧਨ ਪਾਉਣ ਦੇ ਦੁਆਰਾ ਵੀ ਕੰਮ ਨਹੀਂ ਕੀਤਾ। ਪਰ ਇੱਕ ਤਰੀਕਾ ਸੀ, ਸਮਸੂਨ ਫੜਿਆ ਗਿਆ। तो आइए पढ़ते हैं जी कहावतां दी किताब तो लैके 20 वचन तक, 16 दी 15 तो लैके 20 तक। न्यायियां 16 बाब 15 तो लैके 20 तक। ਉਹਨੂੰ ਆਖਿਆ, ਇਸ ਤਰ੍ਹਾਂ ਤੂੰ ਆਖਦਾ ਹੈ ਜੋ ਮੇਰਾ ਤੇਰੇ ਨਾਲ ਪ੍ਰੇਮ ਪਿਆਰ ਹੈ, ਭਾਵੇਂ ਤੇਰਾ ਮਨ ਮੇਰੇ ਨਾਲ ਨਹੀਂ ਲੱਗਾ। ਹੁਣ ਇਹ ਛਲ ਛਰਿੰਦਾਂ ਦੇ ਦੁਆਰਾ ਇਫਸੀਆਂ 'ਚ ਲਿਖਿਆ, ਉਹਦੇ ਸਾਰੇ ਸ਼ਸਤਰ ਬਸਤਰ ਕੀ ਕਰ ਲਓ, ਤਾਂ ਕਿ ਸ਼ੈਤਾਨ ਦੇ ਸਾਰੇ ਛਲ ਛਰਿੰਦਾਂ ਦੇ ਸਾਹਮਣੇ ਤੁਸੀਂ ਕੀ ਕਰ ਸਕੋ। ਮੇਰੇ ਪਿਆਰੇ, ਸ਼ੈਤਾਨ ਤੁਹਾਡੇ ਨਾਲ ਬਲ ਦੇ ਦੁਆਰਾ ਵੀ ਨਹੀਂ ਲੜ ਸਕਦਾ, ਤੁਹਾਡੇ ਨਾਲ ਉਹ ਜ਼ੋਰ ਦੇ ਦੁਆਰਾ ਵੀ ਨਹੀਂ ਲੜ ਸਕਦਾ, ਇਮੋਸ਼ਨ ਤਰੀਕੇ ਦੇ ਨਾਲ ਵੀ ਨਹੀਂ ਲੜ ਸਕਦਾ, ਆਪਣਿਆਂ ਦੇ ਦੁਆਰਾ, ਪਰ ਛਲ ਛਰਿੰਦਾਂ ਦੇ ਦੁਆਰਾ ਆਏਗਾ। ਪਰ ਉਹਦੇ ਛਲ ਛਰਿੰਦਾਂ ਨੂੰ ਵੀ ਪਹਿਚਾਨਣ ਦੇ ਲਈ ਇਹ ਪਵਿੱਤਰ ਆਤਮਾ ਦੇ ਵਿੱਚ ਕੋਈ ਗੈਪ ਨਹੀਂ ਹੈ, ਉਹਦੇ ਛਲ ਛਰਿੰਦਾਂ ਨੂੰ ਨਹੀਂ ਪਹਿਚਾਨ ਸਕਦਾ। ਲਿਖਿਆ ਉਹ ਯਹੋਵਾ ਦੀ ਬੁੱਧ ਦਾ ਆਤਮਾ, ਉਹ ਯਹੋਵਾ ਦੀ ਸਮਝ ਦਾ ਆਤਮਾ ਆ। ਤੁਹਾਨੂੰ ਸ਼ੈਤਾਨ ਦੇ ਸਾਰੇ ਛਲ, ਸਾਰੇ ਛਰਿੰਦਾਂ ਨੂੰ ਪਹਿਚਾਨਣ ਦੀ ਇਹ ਸਮਝ, ਉਹਦੇ ਛਲ ਛਰਿੰਦਾਂ ਨੂੰ ਤੁਸੀਂ ਪਹਿਚਾਨ ਸਕਦੇ ਹੋ। ਪਰ ਜ਼ਿਆਦਾਤਰ ਲੋਕ ਡਿੱਗਦੇ ਕਿਉਂ ਨੇ? ਇਹਨਾਂ ਛਲ ਛਰਿੰਦਾਂ ਦੀ ਆੜ। ਇਸ ਕਾਰਨ ਪਰਮੇਸ਼ਰ ਅਫਸੀਆਂ ਦੇ ਵਿੱਚ ਜ਼ੋਰ ਦਿੰਦਾ ਆ, ਉਹਦੇ ਛਲ ਛਰਿੰਦਾਂ ਤੋਂ ਕੀ ਕਰਿਓ? ਬਚ ਕੇ ਰਹੋ। ਇਸ ਜਗ੍ਹਾ ਤੇ ਉਹਦੇ ਨਾਲ ਛਲ ਖੇਡੇ ਜਾ ਰਹੇ ਨੇ, ਦੇ ਨਾਲ ਫਸਲਾ ਕੇ ਕਿਸੇ ਵੀ ਕੋਲੋਂ ਇਹਦੀ ਤਾਕਤ ਦਾ ਰਾਜ ਪੁੱਛਿਆ ਜਾਵੇ। ਹਾਂਜੀ ਪੜ੍ਹੀਏ। ਤਦ ਉਸਨੇ ਤੂੰ ਆਖਦਾ ਹੈ ਜੋ ਮੇਰਾ ਤੇਰੇ ਨਾਲ ਪਿਆਰ ਹੈ, ਭਾਵੇਂ ਤੇਰਾ ਮਨ ਮੇਰੇ ਨਾਲ ਨਹੀਂ ਲੱਗਾ, ਤੈਂ ਇਹ 3 ਵਾਰ ਖੋਲ ਕੀਤਾ ਅਤੇ ਮੈਨੂੰ ਨਾ ਦੱਸਿਆ
ਜੋ ਤੇਰਾ ਯੋਰ ਕਿਹਦੇ ਵਿੱਚ ਹੈ। ਅਤੇ ਅਜਿਹਾ ਹੋਇਆ ਕਿ ਜਦ ਉਸਨੇ ਗੱਲਾਂ ਨਾਲ ਦਿਨੋ ਦਿਨ ਉਹਨੂੰ ਔਖ ਦਿੱਤਾ। ਹੁਣ ਦਾ 19 ਵਚਨ ਪੜ੍ਹੀਏ, 19 ਤੇ 20। ਤਾਂ ਉਸਨੇ ਆਪਣਿਆਂ ਗੋਡਿਆਂ ਉੱਤੇ ਉਹਨੂੰ ਸੁਲਾ ਛੱਡਿਆ। ਹੁਣ ਦੇਖੋ, ਦਲੀਲਾ ਨੇ ਆਪਣੇ ਗੋਡਿਆਂ ਦੇ ਉੱਤੇ ਜਾਂ ਗੋਦ ਦੇ ਵਿੱਚ ਉਹਨੂੰ ਕੀ ਕਰ ਦਿੱਤਾ ਆ? ਸਵਾਲਿਆ। ਹਾਂ। ਅਤੇ ਇੱਕ ਮਨੁੱਖ ਸੱਦ ਕੇ 7 ਸੱਦਿਆ। ਉਸ ਇੱਕ ਮਨੁੱਖ ਨੇ ਉਹ 7 ਲਟਾਂ, ਉਹ 7 ਕਿਹਨੂੰ ਦਰਸਾਉਂਦੀਆਂ ਨੇ? ਪਰਮੇਸ਼ਰ ਦੇ 7 ਆਤਮਿਆਂ ਨੂੰ। ਯਹੋਵਾ ਦਾ ਆਤਮਾ, ਤੇ ਸਲਾਹ, ਸਮਰੱਥਾ, ਗਿਆਨ ਤੇ ਭੈ ਦੇ ਆਤਮੇ ਨੂੰ ਉਹਦੇ ਤੋਂ ਅਲੱਗ ਕਰ ਦਿੱਤਾ। ਇਹ ਹੋਇਆ ਕਿਸ ਤਰ੍ਹਾਂ? ਜਦੋਂ ਦਲੀਲਾ ਨੇ ਉਹਨੂੰ ਆਪਣੀ ਗੋਦੀ ਦੇ ਵਿੱਚ ਸਵਾ ਲਿਆ। ਦਲੀਲਾ ਦਾ ਗੋਦੀ ਵਿੱਚ ਸੌਣ ਦਾ ਮਤਲਬ ਕਿ ਸ਼ੈਤਾਨ ਇਸ ਦੇ ਦੁਆਰਾ, ਸ਼ੈਤਾਨ ਸਾਨੂੰ ਐਸ਼ ਆਰਾਮ ਦੇ ਕੇ ਸਾਡੇ ਆਤਮਿਕ ਸ਼ਕਤੀਆਂ ਖੋਹ ਲੈਂਦਾ ਹੈ। ਸਾਨੂੰ ਐਸ਼ ਆਰਾਮ ਦੇ ਕੇ ਸਾਡੇ ਕੋਲੋਂ ਸਾਡੀ ਆਤਮਿਕ ਸਾਮਰਥ ਖੋਹ ਲੈਂਦਾ ਆ। ਇਹੀ ਹੋਇਆ। ਸਮਸੂਨ ਆਸ਼ੀਸ਼ਾਂ ਬਰਕਤਾਂ ਦੇ ਵਿੱਚ ਫਸਾ ਕੇ, ਉਹਦੀਆਂ ਐਸ਼ ਆਰਾਮਾਂ ਦੇ ਕੇ, ਸਭ ਤਰੀਕੇ ਜੋ ਉਹ ਚਾਹੁੰਦਾ ਸੀ ਉਹਨੂੰ ਦੇ ਕੇ ਲਿਖਿਆ ਸਵਾ ਛੜਿਆ। ਅੱਜ ਵੀ ਕਿੰਨੇ ਕਲੀਸਿਆਵਾਂ ਨੇ, ਕਿੰਨੇ ਵਿਸ਼ਵਾਸੀ ਨੇ, ਕਿੰਨੇ ਸੇਵਕ ਨੇ ਜਿਹੜੇ ਐਸ਼ ਆਰਾਮ ਦੇ ਕਾਰਨ ਜਾਂ ਐਸ਼ੋ ਆਰਾਮ ਜਾਂ ਪੈਸੇ ਦੇ ਕਾਰਨ ਸ਼ੈਤਾਨ ਦੀ ਗੋਦ ਨੇ। ਮੇਰੇ ਪਿਆਰਿਓ, ਜਲਦ ਹੀ ਸ਼ੈਤਾਨ ਤੁਹਾਡੇ ਤੋਂ ਇਸ ਆਤਮਾ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰੇ। ਜਦੋਂ ਤੁਸੀਂ ਪਰਮੇਸ਼ਰ ਨੂੰ ਨਾ ਵੇਖਦੇ ਹੋਏ, ਪਰਮੇਸ਼ਰ ਦੇ ਕੰਮਾਂ ਨੂੰ ਨਾ ਵੇਖਦੇ ਹੋਏ, ਆਪਣੇ ਆਤਮਿਕ ਜੀਵਨ ਨੂੰ ਨਾ ਵੇਖਦੇ ਹੋਏ, ਆਪਣੇ ਆਤਮਿਕ ਜੀਵਨ ਦੇ ਸੁਧਾਰਾਂ ਨੂੰ ਨਾ ਵੇਖਦੇ ਹੋਏ, ਸਿਰਫ ਆਪਣੀਆਂ ਖਵਾਇਸ਼ਾਂ ਤੇ, ਆਪਣੀਆਂ ਮਰਜ਼ੀਆਂ ਤੇ ਧਿਆਨ ਲਾਓਗੇ, ਇਹਦਾ ਮਤਲਬ ਖੁਦ ਚ ਸੌ ਚੁੱਕੇ ਹੋ। ਇਹਦਾ ਮਤਲਬ ਤੁਸੀਂ ਉਸ ਆਤਮਾ ਨੂੰ ਸ਼ੋਕਿਤ ਕਰ ਚੁੱਕੇ ਹੋ, ਤੁਸੀਂ ਆਤਮਾ ਨੂੰ ਨਾਰਾਜ਼ ਕਰ ਚੁੱਕੇ ਹੋ, ਤੁਸੀਂ ਆਤਮਾ ਨੂੰ ਬੁਝਾ ਚੁੱਕੇ ਹੋ। ਲਿਖਿਆ ਜਦੋਂ ਹੀ ਉਹਦੀਆਂ 7 ਲਤਾਂ ਵੱਢ ਦਿੱਤੀਆਂ ਗਈਆਂ। ਹਾਂਜੀ। ਅਤੇ ਇੱਕ ਮਨੁੱਖ ਸੱਦ ਕੇ 7 ਲਟਾਂ ਜੋ ਉਹਦੇ ਸਿਰ ਉੱਤੇ ਸਨ ਮੁਨਾ ਸੁੱਟੀਆਂ। ਹਾਂ। ਅਤੇ ਉਹਨੂੰ ਛੇੜਨ ਲੱਗੀ ਅਤੇ ਉਹ ਖਿਤਾ ਨੂੰ ਜਦੋਂ ਉਹਨੇ ਉਠਾਇਆ, ਉੱਠ ਫਿਲਿਸਤੀ ਆ ਗਏ, ਉਹਦਾ ਯੋਰ ਉਹਦੇ ਕੋਲੋਂ ਕੀ ਕੀਤਾ ਗਿਆ? ਜਾਂਦਾ ਗਿਆ। ਹਾਂ। ਤਾਂ ਉਹ ਬੋਲੀ, ਹੇ ਸਮਸੂਨ, ਫਿਲਿਸਤੀ ਤੇਰੇ ਉੱਤੇ ਚੜ੍ਹ ਆਏ ਹਨ। ਫਿਲਿਸਤੀ ਤੇਰੇ ਉੱਤੇ ਚੜ੍ਹ ਆਏ ਨੇ। ਉਹ ਨੀਂਦਰ ਤੋਂ ਜਾਗਿਆ। ਹਾਂ। ਔਰ ਉਹਨੇ ਆਖਿਆ, ਅੱਗੇ ਵਾਂਗੂ ਮੈਂ ਬਾਹਰ ਨਿਕਲ ਕੇ ਆਪਣੇ ਆਪ ਨੂੰ ਅਕੜਾਵਾਂਗਾ। ਹਾਂ। ਪਰ ਉਹਨੂੰ ਖਬਰ ਨਹੀਂ ਸੀ ਜੋ ਯਹੋਵਾ ਉਸ ਕੋਲੋਂ ਅੱਡ ਹੋ ਗਿਆ ਸੀ। ਹਾਲੇਲੂਇਆ। ਲਿਖਿਆ ਉਹਨੂੰ ਖਬਰ ਨਹੀਂ ਸੀ ਕਿ ਯਹੋਵਾ ਕੀ ਹੋ ਚੁੱਕਾ ਆ। ਮੇਰੇ ਪਿਆਰੋ, ਆਪਣੇ ਸਿਰ ਨੂੰ ਹਿਲਾਉਂਦਾ ਸੀ ਉਹ। ਜਦੋਂ ਆਪਣੇ ਆਪ ਹੁੰਦਾ ਸੀ, ਉਹ ਸਾਮਰਥ ਦੇ ਅੰਦਰ ਆਉਂਦੀ ਸੀ। ਸਿਰ ਨੂੰ ਹਿਲਾਉਣ ਦਾ ਮਤਲਬ ਅੱਜ ਦੇ ਇਸ ਸਮੇਂ ਦੇ ਵਿੱਚ ਉਹ ਪਵਿੱਤਰ ਆਤਮਾ ਨੂੰ ਕੰਮ ਕਰਨ ਦਿੰਦਾ ਸੀ। ਕੀ ਹਿਲਾਉਂਦਾ ਸੀ? ਆਪਣੀਆਂ ਉਹ ਜਟਾਂ ਹਿਲਾਉਂਦਾ ਸੀ। ਜਟਾਂ ਹਿਲਾਉਣ ਦਾ ਮਤਲਬ ਪਵਿੱਤਰ ਆਤਮਾ ਨੂੰ ਕੰਮ ਕਰਨ ਦਿੰਦਾ ਸੀ। ਪ੍ਰਭੂ ਹੁਣ ਤੁਸੀਂ ਕੰਮ ਕਰੋ, ਪ੍ਰਭੂ ਤੁਸੀਂ ਉਠੋ। ਅੱਜ ਮੇਰੇ ਪਿਆਰੋ, ਜੇਕਰ ਤੁਸੀਂ ਇਸ ਪਵਿੱਤਰ ਆਤਮਾ ਦੀ ਸਾਮਰਥ ਨੂੰ ਪਾਇਆ ਆ ਤਾਂ ਇਹਨੂੰ ਕੰਮ ਕਰਨ ਦਿਓ, ਇਹਨੂੰ ਕੰਮ ਕਰਨ ਦਿਓ। ਇਹ ਤੁਹਾਡੇ ਜੀਵਨ 'ਚ ਸਾਮਰਥ ਦੇ ਕੰਮ ਪ੍ਰਗਟ ਕਰੇਗਾ। ਸ਼ੈਤਾਨ ਦੇ ਬੰਧਨਾਂ ਤੋਂ ਯਾਦ ਕਰਨ ਦੇ ਲਈ ਕੰਮ ਕਰੇਗਾ। ਹਰ ਇੱਕ ਬੰਧਨ ਸ਼ੈਤਾਨ ਦਾ ਖੋਲੇਗਾ। ਲਿਖਿਆ ਰੱਸੀਆਂ ਸੜ ਜਾਂਦੀਆਂ ਸੀ, ਤੁਹਾਡੇ ਜੀਵਨਾਂ 'ਚੋਂ ਵੀ ਸ਼ੈਤਾਨ ਦਾ ਹਰ ਬੰਧਨ ਸੜ ਜਾਏਗਾ ਜੇਕਰ ਤੁਸੀਂ ਇਸ ਆਤਮਾ ਦਾ ਕੰਮ ਕਰਨ ਦਿੰਦੇ ਹੋ ਤੇ। ਪਰ ਇਹ ਨਾ ਹੋ ਜਾਏ ਪਰਮੇਸ਼ਰ ਦਾ ਆਤਮਾ ਤੁਹਾਡੇ ਤੋਂ ਗ੍ਰੰਜ ਹੋ ਜਾਏ। ਬਾਅਦ 'ਚ ਜਿੰਨਾ ਮਰਜ਼ੀ ਤੁਸੀਂ ਸਿਰ ਨੂੰ ਹਿਲਾਵੋ, ਬਾਅਦ 'ਚ ਜਿੰਨਾ ਤੁਸੀਂ ਮਰਜ਼ੀ ਗੈਰ ਜ਼ਬਾਨ ਬੋਲੋ, ਇਹ ਆਤਮਾ ਤੁਹਾਡੇ ਜੀਵਨ 'ਚ ਕੰਮ ਨਹੀਂ ਕਰੇਗਾ। ਸਮਸੂਨ ਦੇ ਜੀਵਨ 'ਚ ਵੀ ਇਸ ਆਤਮਾ ਨੇ ਕੰਮ ਨਹੀਂ ਕੀਤਾ। ਫੜ ਲਿਆ ਗਿਆ। ਹਾਂਜੀ। ਸਮਸੂਨ ਆਏ ਹਨ। ਹਾਂ। ਉਹ ਨੀਂਦਰ ਤੋਂ ਜਾਗਿਆ ਅਤੇ ਉਹਨੇ ਆਖਿਆ, ਮੈਂ ਅੱਗੇ ਵਾਂਗ ਬਾਹਰ ਨਿਕਲ ਕੇ ਆਪਣੇ ਆਪ ਨੂੰ ਅਕੜਾਵਾਂਗਾ। ਮੈਂ ਅੱਗੇ ਵਾਂਗ ਬਾਹਰ ਨਿਕਲ ਕੇ ਆਪਣੇ ਆਪ ਨੂੰ ਅਕੜਾਵਾਂਗਾ। ਪਰ ਉਹਨੂੰ
ਜੋ ਯਹੋਵਾ ਉਸ ਕੋਲੋਂ ਅੱਡ ਹੋ ਗਿਆ। ਪਤਾ ਨਹੀਂ ਸੀ ਕਿ ਯਹੋਵਾ ਦੇ ਕੋਲੋਂ ਕੀ ਹੋ ਗਿਆ ਆ। ਅੱਜ ਵੀ ਮੇਰੇ ਪਿਆਰਿਓ ਕਈ ਵਿਸ਼ਵਾਸੀ, ਕਈ ਸੇਵਕ ਸਿਰਫ ਐਵੇਂ ਹੀ ਆਕੜ ਰਹੇ ਨੇ, ਐਵੇਂ ਹੀ ਆਪਣੇ ਆਪ ਨੂੰ ਅਕੜਾ ਰਹੇ ਨੇ। ਉਹਨਾਂ ਨੂੰ ਪਤਾ ਹੀ ਨਹੀਂ ਆ ਪਰਮੇਸ਼ਰ ਦੀ ਸਾਮਰਥ, ਪਰਮੇਸ਼ਰ ਦਾ ਆਤਮਾ ਕਦੋਂ ਤੋਂ ਉਹਨਾਂ ਤੋਂ ਅਲੱਗ ਹੋ ਚੁੱਕਾ ਆ। ਪਰਮੇਸ਼ਰ ਨਹੀਂ ਚਾਹੁੰਦਾ ਇਹ ਸਮਾਂ ਕਿਸੇ ਤੇ ਆਵੇ। ਪਰਮੇਸ਼ਰ ਨਹੀਂ ਚਾਹੁੰਦਾ ਲੋਕਾਂ ਨੂੰ ਇਹ ਤਜਰਬਾ ਮਹਿਸੂਸ ਹੋਵੇ ਕਿ ਪਰਮੇਸ਼ਰ ਦੀ ਸਾਮਰਥ ਉਹਨਾਂ ਤੋਂ ਅਲੱਗ ਹੋਈ ਆ। ਆਪਣੇ ਆਤਮਿਕ ਜੀਵਨਾਂ ਨੂੰ ਦੇਖੋ, ਆਪਣੀਆਂ ਸੇਵਕਾਈਆਂ ਨੂੰ ਵੇਖੋ, ਆਪਣੇ ਮਸੀਹੀ ਜੀਵਨ ਨੂੰ ਦੇਖੋ। ਜੇਕਰ ਤੁਸੀਂ ਕਿਤੇ ਨਾ ਕਿਤੇ ਉਸ ਦਲੀਲਾਂ ਦੀ ਦੇ ਵਿੱਚ ਹੋ ਤਾਂ ਪਰਮੇਸ਼ਰ ਦਾ ਆਤਮਾ ਤੁਹਾਡੇ ਤੋਂ ਅਲੱਗ ਹੋ ਚੁੱਕਾ ਆ। ਉਸ ਦਲੀਲਾਂ ਨੇ, ਭਾਵ ਸ਼ੈਤਾਨ ਨੇ ਤੁਹਾਨੂੰ ਐਸ਼ੋ ਆਰਾਮ ਦੇ ਵਿੱਚ ਫਸਾ ਕੇ ਤੁਹਾਡੀਆਂ ਆਤਮਿਕ ਜਟਾਂ ਕੱਟ ਦਿੱਤੀਆਂ ਨੇ। ਤੁਹਾਡੇ ਆਤਮਿਕ ਵਰਦਾਨ, ਤੁਹਾਡੀ ਆਤਮਿਕ ਸਾਰੀ ਗੱਲ, ਜੋ ਵੀ ਆਤਮਾ ਦਾ ਵਰਦਾਨ ਸੀ, ਜੋ ਆਤਮਾ ਦੀ ਸ਼ਕਤੀ ਸੀ, ਸਭ ਤੁਹਾਡੇ ਤੋਂ ਅਲੱਗ ਕਰ ਦਿੱਤੀ ਹੋਈ ਆ। ਹੁਣ ਤੇ ਤੁਸੀਂ ਐਵੇਂ ਸਿਰਫ ਕੀ ਕਰ ਰਹੇ ਹੋ, ਉਹਦਾ ਕੋਈ ਫਾਇਦਾ ਹੋਣ ਵਾਲਾ ਨਹੀਂ। ਫਿਲਿਸਤੀਆਂ ਨੇ ਉਹਨੂੰ ਫੜਿਆ। ਫਿਲਿਸਤੀਆਂ ਨੇ ਉਹਨਾਂ ਨੂੰ ਕੀ ਕਰ ਲਿਆ? ਫੜ ਲਿਆ। ਮਤਲਬ ਸ਼ੈਤਾਨ ਨੰਬਰ 1, 7 ਤਰੀਕੇ ਦਾ ਆਤਮਾ ਨਾ, ਤੇ ਸ਼ੈਤਾਨ ਵੀ ਤੁਹਾਨੂੰ 7 ਤਰੀਕਿਆਂ ਨਾਲ ਪਰੇਸ਼ਾਨ ਕਰੇਗਾ। ਯਾਦ ਰੱਖਿਓ, ਆਤਮਾ ਦੇ ਵਿੱਚ 7 ਵਰਦਾਨ ਨੇ, 7 ਆਤਮੇ ਨੇ। 7 ਨੂੰ ਮਿਲਾ ਕੇ ਇੱਕ ਆਤਮਾ ਮੰਨਦਾ। ਜਿਸ ਤਰ੍ਹਾਂ ਯਹੋਵਾ ਦਾ ਆਤਮਾ, ਯਹੋਵਾ ਦੀ ਬੁੱਧ, ਸਮਝ, ਸਲਾਹ ਪੈਦਾ ਆਤਮਾ ਵਾ, ਉਸੇ ਤਰ੍ਹਾਂ 7 ਤਰੀਕਿਆਂ ਦੇ ਨਾਲ ਸ਼ੈਤਾਨ ਤੁਹਾਨੂੰ ਪਰੇਸ਼ਾਨ ਕਰੇਗਾ। 7 ਤਰੀਕਿਆਂ ਦੇ ਨਾਲ ਸ਼ੈਤਾਨ ਤੁਹਾਨੂੰ ਲੱਜਿਆਵਾਨ ਕਰਨ ਦੀ ਕੋਸ਼ਿਸ਼ ਕਰੇਗਾ। ਪ੍ਰਚਾਰ ਰੱਖੇਗਾ। ਇਸ ਗੱਲ ਦਾ ਖਿਆਲ ਰੱਖਣ, ਜਿਸ ਗੱਲ ਦਾ ਤੁਸੀਂ ਪ੍ਰਚਾਰ ਕਰਦੇ ਹੋ ਨਾ, ਉਹ ਵੀ ਤੁਸੀਂ ਪ੍ਰਚਾਰ ਬੜੀ ਸਾਮਰਥ ਦੇ ਨਾਲ ਕਰੋਗੇ, ਬੜੀ ਦਲੇਰੀ ਦੇ ਨਾਲ ਕਰੋਗੇ। ਸ਼ੈਤਾਨ ਸਭ ਤੋਂ ਪਹਿਲਾਂ ਤੁਹਾਨੂੰ ਉਸ ਤੁਹਾਡੇ ਪ੍ਰਚਾਰ ਤੋਂ ਫੇਰਨ ਦੀ ਕੋਸ਼ਿਸ਼ ਕਰੇਗਾ, ਤੁਹਾਨੂੰ ਉਸ ਪ੍ਰਚਾਰ ਤੋਂ ਡੇਗਣ ਦੀ ਕੋਸ਼ਿਸ਼ ਕਰੇਗਾ। ਜੋ ਤੁਸੀਂ ਪ੍ਰਚਾਰ ਲੋਕਾਂ ਨੂੰ ਮਨਾਈਆਂ ਕਰਨ ਲਈ ਕਹੋਗੇ, ਜੋ ਤੁਸੀਂ ਪ੍ਰਚਾਰ ਦੇ ਵਿੱਚ ਲੋਕਾਂ ਨੂੰ ਕੰਮ ਬੰਦ ਕਰਨ ਲਈ ਕਹੋਗੇ, ਸ਼ੈਤਾਨ ਸਭ ਤੋਂ ਪਹਿਲਾਂ ਉਹ ਹਥਿਆਰ ਲੈ ਕੇ ਆਏਗਾ ਕਿ ਸਭ ਤੋਂ ਪਹਿਲਾਂ ਇਸ ਵਚਨ ਤੋਂ ਤੂੰ ਡੇਗਾ। ਇਸ ਕਾਰਨ ਚੌਕਸ। ਨੰਬਰ 1, ਸ਼ੈਤਾਨ ਤੁਹਾਨੂੰ ਕੀ ਕਰ ਲਵੇਗਾ? ਫੜ ਲਵੇਗਾ। ਜਿੱਥੇ ਪਰਮੇਸ਼ਰ ਦਾ ਆਤਮਾ, ਪਹਿਲਾਂ ਪਰਮੇਸ਼ਰ ਦੇ ਆਤਮਾ ਦਾ ਕਬਜ਼ਾ ਆ ਸ਼ੈਤਾਨ ਦਾ। ਪਹਿਲਾਂ ਤੁਸੀਂ ਪਰਮੇਸ਼ਰ ਦੇ ਸੀ, ਹੁਣ ਤੁਸੀਂ ਫੇਰ ਸ਼ੈਤਾਨ ਦੇ ਹੋ। ਹਾਂਜੀ, ਤਦ ਫਿਲਿਸਤੀਆਂ ਨੇ ਉਹਨੂੰ ਫੜਿਆ। ਹਾਂ, ਅਤੇ ਉਹਦੀਆਂ ਫਿਰ 2 ਨੰਬਰ ਤੁਹਾਡੀਆਂ ਅੱਖੀਆਂ ਕੱਢ ਦੇਵੇਗਾ ਉਹ। ਜਿਸ ਤਰ੍ਹਾਂ ਸਮਸੂਨ ਦੀਆਂ ਕੀ ਕਰ ਦਿੱਤੀਆਂ? ਅੱਖੀਆਂ ਕੱਢ ਦਿੱਤੀਆਂ। ਅੱਖੀਆਂ ਕੱਢ ਦਿੱਤੀਆਂ, ਰਾਹ ਨਜ਼ਰ ਨਹੀਂ ਆਵੇਗਾ। ਹੁਣ ਤੁਹਾਨੂੰ ਤੁਹਾਡਾ ਮਾਰਗ ਨਜ਼ਰ ਨਹੀਂ ਆਵੇਗਾ। ਤੁਸੀਂ ਕਿੱਧਰ ਨੂੰ ਜਾ ਰਹੇ ਹੋ ਤੁਹਾਨੂੰ ਕੁਝ ਪਤਾ ਨਹੀਂ ਲੱਗੇਗਾ। ਦੁਨੀਆ ਦੇ ਭਾਵੇਂ ਤੁਸੀਂ ਅੱਛੇ ਚੱਲ ਰਹੇ ਹੋ, ਦੁਨੀਆ ਦੇ ਭਾਵੇਂ ਤੁਸੀਂ ਅੱਛੇ ਤਰੀਕੇ ਨਾਲ ਚੱਲ ਰਹੇ ਹੋ, ਪਰ ਜੇਕਰ ਤੁਹਾਡੇ ਉੱਤੋਂ ਪਵਿੱਤਰ ਆਤਮਾ ਦੀ ਸਾਮਰਥ ਅਲੱਗ ਹੋ ਗਈ ਆ, ਸ਼ੈਤਾਨ ਨੇ ਤੁਹਾਨੂੰ ਫੜ ਲਿਆ ਆ। ਨੰਬਰ 2, ਤੁਹਾਡੀਆਂ ਅੱਖੀਆਂ ਕੀ ਕਰ ਦਿੱਤੀਆਂ ਨੇ? ਉਹਨੇ ਕੱਢ ਦਿੱਤੀਆਂ ਨੇ। ਹੁਣ ਤੁਹਾਨੂੰ ਆਪਣੇ ਮਾਰਗ ਦਾ ਪਤਾ ਨਹੀਂ ਆ। ਜੇਕਰ ਕੋਈ ਸੱਚਾ ਸੇਵਕ ਤੁਹਾਨੂੰ ਆ ਕੇ ਕਹੇਗਾ ਵੀ ਭਈ ਤੂੰ ਇਸ ਮਾਰਗ ਤੇ ਚੱਲ ਰਿਹਾ, ਮਾਰਗ ਸਹੀ ਨਹੀਂ ਆ, ਤੁਸੀਂ ਉਲਟਾ ਉਹਨੂੰ ਡਾਂਟੋਗੇ, ਮੈਂ ਸਹੀ ਆ ਬਈ, ਕਿਉਂਕਿ ਤੂੰ ਅੰਨਾ ਹੋ ਚੁੱਕਾ ਹੈ। ਸ਼ੈਤਾਨ ਨੇ ਤੈਨੂੰ ਫੜ ਲਿਆ, ਤੇਰੀਆਂ ਅੱਖੀਆਂ ਕੀ ਕਰ ਦਿੱਤੀਆਂ ਨੇ? ਕੱਢ ਦਿੱਤੀਆਂ ਨੇ। ਅੱਗੇ ਪੜ੍ਹੀਏ ਜੀ। ਅਤੇ ਉਹਨੂੰ ਅਜ਼ਾ ਵਿੱਚ ਲਾ ਲਿਆਏ ਅਤੇ ਪਿੱਤਲ ਦੀ ਬੇੜੀ ਨਾਲ ਉਹਨੂੰ ਬੰਨਿਆ। ਪਿੱਤਲ ਦੀ ਬੇੜੀ ਦੇ ਨਾਲ ਉਹਨੂੰ ਕੀ ਕਰ ਦਿੱਤਾ ਆ? ਕਿ ਤੁਸੀਂ ਅੱਗੇ ਵਧਣਾ ਤੇ ਚਾਹੁੰਦੇ ਹੋ, ਤੁਸੀਂ ਛੁੱਟਣਾ ਤੇ ਚਾਹੁੰਦੇ ਹੋ, ਪਰ ਤੁਸੀਂ ਛੁੱਟ ਨਹੀਂ ਰਹੇ। ਤੁਸੀਂ ਆਜ਼ਾਦ ਤੇ ਹੋਣਾ ਚਾਹੁੰਦੇ ਹੋ, ਪਰ ਤੁਸੀਂ ਆਜ਼ਾਦ ਨਹੀਂ ਹੋ ਰਹੇ। ਜਿੰਨਾ ਮਰਜ਼ੀ ਕੋਸ਼ਿਸ਼ ਕਰੋ, ਪਵਿੱਤਰ ਆਤਮਾ ਦੀ ਸਾਮਰਥ ਤੋਂ ਬਿਨਾ ਇਹ ਪਿੱਤਲ ਦੀਆਂ ਬੇੜੀਆਂ ਛੁੱਟ ਨਹੀਂ ਸਕਦੀਆਂ। ਇਹ ਹਮੇਸ਼ਾ ਤੁਹਾਡੇ ਨਾਲ ਨੇ। ਸ਼ੈਤਾਨ ਦੇ ਕਬਜ਼ੇ 'ਚੋਂ ਸ਼ੈਤਾਨ ਤੁਹਾਡੀਆਂ ਅੱਖਾਂ ਕੱਢ ਚੁੱਕਾ ਆ। ਪਿੱਤਲ ਦੀਆਂ ਬੇੜੀਆਂ। ਹਾਂਜੀ, ਅਤੇ ਉਹਨੂੰ ਕੈਦਖਾਨੇ ਵਿੱਚ ਚੱਕੀ ਪੀਂਦਾ ਔਰ ਕੈਦਖਾਨੇ 'ਚ ਪਾ ਦਿੱਤਾ ਆ। ਨੰਬਰ 4, ਕੈਦਖਾਨੇ 'ਚ ਪਾਤਾ, ਮਤਲਬ ਆਪਣੇ ਕਬਜ਼ੇ 'ਚ ਰੱਖ ਲਿਆ ਤੁਹਾਨੂੰ। ਹੁਣ ਉਹ ਛੱਡੇਗਾ ਨਹੀਂ। ਪਹਿਲਾਂ ਤੁਸੀਂ ਕਿਹਦੇ ਕਬਜ਼ੇ 'ਚ ਸੀ? ਲਿਖਿਆ ਯਹੋਵਾ ਪਰਮੇਸ਼ਰ ਨੇ ਤੁਹਾਨੂੰ ਆਪਣੀ ਹੱਥ ਦੀ ਥੈਲੀ ਤੇ ਕੀ ਕੀਤਾ?
ਸੀ, ਪਰ ਤੁਸੀਂ ਲਾਲਚ, ਲੋਭ, ਆਪਣੀ ਮਸ਼ਹੂਰੀ, ਪੈਸੇ ਦੇ ਲਾਲਚ ਦੇ ਵਿੱਚ ਔਰ ਹਰ ਤਰੀਕੇ ਦੇ ਲੋਭ ਦੇ ਨਾਲ ਤੁਸੀਂ ਆਪਣੇ ਯਹੋਵਾ ਪਰਮੇਸ਼ਰ ਦੇ ਹੱਥ ਚੋਂ ਡਿੱਗ ਗਏ ਔਰ ਜਾ ਕੇ ਦਲੀਲਾਂ ਦੀ ਗੋਦ 'ਚ ਬਹਿ ਗਏ, ਜਿੱਥੇ ਉਹਨਾਂ ਦੀ ਸਾਰੀ ਸਾਮਰਥ ਨੂੰ ਖਤਮ ਕਰ ਦਿੱਤਾ। ਅੱਜ ਤੁਸੀਂ ਯਹੋਵਾ ਪਰਮੇਸ਼ਰ ਦੇ ਹੱਥ 'ਚ ਨਹੀਂ, ਅੱਜ ਤੁਸੀਂ ਸ਼ੈਤਾਨ ਦੇ ਕੈਦਖਾਨੇ 'ਚ ਹੋ। ਸਭ ਤੋਂ ਪਹਿਲਾਂ ਤੁਹਾਨੂੰ ਫੜਿਆ। ਆਤਮਿਕ ਬੰਦਾ ਫੜਿਆ ਨਹੀਂ ਜਾ ਸਕਦਾ, ਫੜਿਆ ਨਹੀਂ ਜਾ ਸਕਦਾ, ਨਾਰਾਜ਼ ਹੋ ਜਾਂਦਾ, ਉਹ ਫੜਿਆ ਜਾ ਸਕਦਾ ਹੈ। ਉਹਨੂੰ ਫੜ ਲਿਆ, ਉਹਦੀਆਂ ਅੱਖਾਂ ਕੱਢ ਲਈਆਂ, ਉਹਨੂੰ ਪਿੱਤਲ ਦੀਆਂ ਬੇੜੀਆਂ ਪਾ ਦਿੱਤੀਆਂ ਔਰ ਕੈਦਖਾਨੇ ਦੇ ਵਿੱਚ ਕੀ ਕਰ ਦਿੱਤਾ ਆ। ਹੁਣ ਕੈਦਖਾਨੇ 'ਚ ਕਰਦਾ ਕੀ ਆ ਉਹ? ਹਾਂਜੀ, ਅਤੇ ਉਹ ਕੈਦਖਾਨੇ ਵਿੱਚ ਚੱਕੀ ਪੀਂਦਾ ਹੁੰਦਾ ਔਰ ਸੀ। ਉਹ ਕੈਦਖਾਨੇ ਦੇ ਵਿੱਚ ਚੱਕੀ ਪੀਂਦਾ ਸੀ। ਚੱਕੀ ਪੀਣ ਦਾ ਮਤਲਬ, ਚੱਕੀ ਇਸ ਤਰੀਕੇ ਨਾਲ ਚੱਲਦੀ ਆ, ਜਿੱਥੋਂ ਸ਼ੁਰੂ ਹੁੰਦੀ ਆ ਉੱਥੋਂ ਫੇਰ ਆ ਕੇ ਕੀ ਕਰਦੀ ਆ, ਉੱਥੇ ਹੀ ਰੁਕਦੀ ਆ। ਅੱਜ ਤੁਸੀਂ ਇਸ ਚੱਕੀ ਨੂੰ ਆਪਣੇ ਜੀਵਨ ਦੇ ਵਿੱਚ ਮਹਿਸੂਸ ਕਰ ਸਕਦੇ ਹੋ। ਕਿਸ ਤਰ੍ਹਾਂ? ਮੰਨ ਲਓ ਤੁਸੀਂ ਪਾਪ ਕੀਤਾ, ਪਾਪ ਕਰਨ ਤੋਂ ਬਾਅਦ ਤੁਹਾਨੂੰ ਪਤਾ ਲੱਗਾ ਮੈਂ ਪਾਪੀ ਹਾਂ, ਤੁਸੀਂ ਮਾਫੀ ਮੰਗੀ, ਪਰਮੇਸ਼ਰ ਨੇ ਮਾਫ ਕੀਤਾ, ਪਰ ਫੇਰ ਦੁਬਾਰਾ ਉਸੇ ਚੱਕਰ 'ਚ ਫਸ ਕੇ ਫੇਰ ਪਾਪ ਕੀਤਾ। ਚੱਕੀ ਪੀਣ ਦਾ ਮਤਲਬ ਉਹੀ ਸਰਕਲ, ਉਹੀ ਤਰੀਕਾ, ਬਾਰ-ਬਾਰ ਪਾਪ 'ਚ ਡਿੱਗਦੇ ਹੋ, ਮਾਫੀ ਮੰਗਦੇ ਹੋ, ਫੇਰ ਪਾਪ ਕਰਦੇ ਹੋ। ਸਮਝ ਰਹੇ ਹੋ? ਚੱਕੀ ਪੀਣ ਦਾ ਮਤਲਬ ਬਾਰ-ਬਾਰ ਗਲਤੀ, ਫੇਰ ਮਾਫੀ ਮੰਗਦੇ ਹੋ, ਫੇਰ ਕੁਝ ਸਮਾਂ ਬੀਤਦਾ, ਫੇਰ ਉਸੇ ਪਾਪ 'ਚ ਫਸਦੇ ਹੋ। ਜੇਕਰ ਇਹ ਸਰਕਲ, ਇਹ ਤਰੀਕਾ ਤੁਹਾਡੇ ਜੀਵਨ 'ਚ ਆ ਗਿਆ ਨਾ, ਸ਼ੈਤਾਨ ਦੀ ਚੱਕੀ ਪੀ ਰਹੇ ਹੋ, ਤੁਸੀਂ ਪਾਪ ਕਰ ਰਹੇ ਹੋ, ਚੱਕੀ ਪੀ, ਇਹ ਸ਼ੈਤਾਨ ਦੀ ਮਿਹਨਤ ਕਰ ਰਹੇ ਹੋ। ਇਸ ਮਿਹਨਤ ਦਾ ਫਲ, ਇਸ ਮਿਹਨਤ ਦੀ ਮਜ਼ਦੂਰੀ ਸਿਰਫ ਔਰ ਸਿਰਫ ਮੌਤ ਹੈ। ਸ਼ੈਤਾਨ ਦੀ ਚੱਕੀ ਪੀ ਰਿਹਾ। ਅੱਜ ਜੇਕਰ ਤੁਸੀਂ ਪਵਿੱਤਰ ਆਤਮਾ ਨੂੰ ਸ਼ੌਕਤ ਕੀਤਾ ਆ, ਉਹਦੀ ਮਰਜ਼ੀ ਦੇ ਅਨੁਸਾਰ ਨਹੀਂ ਚੱਲੇ, ਸ਼ੈਤਾਨ ਤੁਹਾਡੇ ਜੀਵਨਾਂ 'ਚ ਕੰਮ ਕਰ ਰਿਹਾ। ਤੁਸੀਂ ਚੱਕੀ ਪੀ ਰਹੇ ਹੋ, ਬਾਰ-ਬਾਰ ਪਾਪ ਕਰ ਰਹੇ ਹੋ, ਫੇਰ ਮੁੜ ਕੇ ਉੱਥੇ ਹੀ ਆ ਜਾਂਦੇ ਹੋ, ਫੇਰ ਉੱਥੇ ਆ ਜਾਂਦੇ ਹੋ, ਤੁਸੀਂ ਚੱਕੀ ਪੀ ਰਹੇ ਹੋ। ਤੁਸੀਂ ਫੜੇ ਗਏ, ਅੱਖਾਂ ਕੱਢ ਦਿੱਤੀਆਂ ਨੇ, ਪਿੱਤਲ ਦੀਆਂ ਬੇੜੀਆਂ ਪਾ ਦਿੱਤੀਆਂ, शैतान ने कैद खाने च पाया और चक्की पी रहे हो। अगे नंबर 6 गल कादी ओदे सिर बनाउण दे पिछों फिर ओदे वाल उगन लगे। हाँ अते फिलिस्तियां दे सरदार इकट्ठे होए जो अपने देवते दागोन दे अगे वड्डियां पेटा चढ़ाउण। 16 दी 5 पढ़ दो। ਤਾਂ ਅਜਿਹਾ ਹੋਇਆ ਕਿ ਜਦ ਉਹਨਾਂ ਦੇ ਜੀ ਆਨੰਦ ਸਨ ਤਾਂ ਉਹਨਾਂ ਨੇ ਆਖਿਆ ਸਮਸੂਨ ਨੂੰ ਸੱਦੋ ਜੋ ਸਾਡੇ ਅੱਗੇ ਖੇਲ ਕਰੇ। ਹਾਂ ਸੋ ਉਹਨਾਂ ਨੇ ਸਮਸੂਨ ਨੂੰ ਕੈਦਖਾਨੇ ਵਿੱਚੋਂ ਸਦਵਾਇਆ। ਉਹਨਾਂ ਨੇ ਸਮਸੂਨ ਕੈਦਖਾਨੇ ਚੋਂ ਸਦਵਾਇਆ ਅਤੇ ਉਹਨਾਂ ਨੇ ਉਹਦੇ ਅੱਗੇ ਅਤੇ ਉਹਨੇ ਉਹਨਾਂ ਦੇ ਅੱਗੇ ਖੇਲ ਕੀਤਾ। ਉਹਨੇ ਉਹਨਾਂ ਦੇ ਅੱਗੇ ਕੀ ਕੀਤਾ? ਖੇਲ ਕੀਤਾ। ਹੁਣ ਸਮਸੂਨ ਫਿਲਿਸਤੀਆਂ ਦੇ ਅੱਗੇ, ਸਮਸੂਨ ਫਿਲਿਸਤੀਆਂ ਦੇ ਅੱਗੇ ਨਾਟਕ ਕਰਦਾ ਆ, ਜੋ ਉਹ ਕਹਿੰਦੇ ਉਹਨੂੰ ਕਰਨਾ ਪੈਂਦਾ ਆ। ਐਸਾ ਜਿਹੜਾ ਕਿ ਇੱਕ ਖੋਤੇ ਦੀ ਹੱਡੀ ਦੇ ਨਾਲ, ਚਬਾੜੇ ਦੇ ਨਾਲ 1000 ਮਨੁੱਖ ਨੂੰ ਕੀ ਕਰਦਾ ਸੀ, ਅੱਜ ਕੈਸੀ ਹਾਲਾਤ ਆ। ਅੱਜ ਉਹ ਸ਼ੈਤਾਨ ਦੇ ਸਾਹਮਣੇ ਖੇਲ ਕਰ ਰਿਹਾ। ਬਸ ਇਹਦਾ ਮਤਲਬ ਕੀ ਆ? ਜੇਕਰ ਪਵਿੱਤਰ ਆਤਮਾ ਦੀ ਸਾਮਰਥ ਤੁਹਾਡੇ ਤੋਂ ਦੂਰ ਹੋ ਚੁੱਕੀ ਹੈ ਨਾ, ਜੇਕਰ ਲਗਾਤਾਰ ਤੁਸੀਂ ਇਸ ਚੱਕੀ ਪੀਣ ਵਾਲੇ ਜੋ ਤੇ ਤੁਹਾਡੀਆਂ ਦੁਆਵਾਂ, ਤੁਹਾਡੀਆਂ ਪ੍ਰਾਰਥਨਾਵਾਂ, ਤੁਹਾਡੀਆਂ ਆਤਮਿਕ ਸਭਾ ਸਭ ਇੱਕ ਸ਼ੈਤਾਨ ਦੇ ਸਾਹਮਣੇ ਖੇਡਿਆ, ਕਿਉਂਕਿ ਪਰਮੇਸ਼ਰ ਉੱਥੇ ਹੈ। ਪਰਮੇਸ਼ਰ ਨੂੰ ਤੁਸੀਂ ਨਾਰਾਜ਼ ਕਰ ਚੁੱਕੇ ਹੋ, ਪਰਮੇਸ਼ਰ ਨੂੰ ਤੁਸੀਂ ਆਪਣੇ ਜੀਵਨ ਚੋਂ ਆਪ ਬਾਹਰ ਕੱਢ ਚੁੱਕੇ ਹੋ, ਪਰਮੇਸ਼ਰ ਦੇ ਹੱਥਾਂ ਤੁਸੀਂ ਆਪ ਬਾਹਰ ਆ ਚੁੱਕੇ ਹੋ। ਗੱਲਾਂ ਹੁਣ ਇੱਕ ਸ਼ੈਤਾਨ ਦੇ ਸਾਹਮਣੇ ਖੇਡ ਬਣ ਚੁੱਕੀਆਂ ਨੇ। ਅੱਗੇ ਪੜ੍ਹੀਏ ਜੀ ਦਾ 26 ਵਚਨ। ਤਦ ਸਮਸੂਨ ਨੇ ਉਸ ਮੁੰਡੇ ਨੂੰ ਜਿਹਨੇ ਉਹਦਾ ਹੱਥ ਫੜਿਆ ਹੋਇਆ ਸੀ ਆਖਿਆ। ਲੇਕਿਨ ਸਮਸੂਨ ਨੂੰ ਹੁਣ ਇੱਕ ਮੁੰਡਾ ਫੜ ਕੇ ਚਲਾਉਂਦਾ ਆ। ਸਮਸੂਨ ਦੀ ਹਾਲਤ ਕੀ ਹੋ ਚੁੱਕੀ ਆ? ਇੱਕ ਮੁੰਡਾ ਉਹਨੂੰ ਜਿੱਧਰ ਲੈ ਕੇ ਜਾਣਾ ਚਾਹੁੰਦਾ, ਸਮਸੂਨ ਵੀ ਉਹਦੇ ਪਿੱਛੇ ਕੀ ਕਰਦਾ ਆ? ਮੁੰਡਾ ਕਹਿਣ ਦਾ ਮਤਲਬ ਸ਼ੈਤਾਨ ਦੀ ਇੱਕ ਨਿੱਕੀ ਜੀ ਸ਼ਕਤੀ ਤੁਹਾਨੂੰ ਕੀ ਕਰੇਗੀ? ਗਾਈਡ ਕਰੇਗੀ। ਹੁਣ
पवित्र आत्मा की सामर्थ नहीं तुहानू चला रही, तुहानू शैतान दी शक्तियां चला रही ने, तुहानू शैतान दे बंधन चला रहे ने, तुहानू शैतान दा जिधर वो लैके चाहुंदा आ उधर तुसी जांदे हो। हुण तुसी कुछ नहीं कर सकते क्योंकि तुसी हुण की जे शैतान दे गुलाम। हालेलुया हालेलुया। पवित्र आत्मा की आ? पवित्र आत्मा आजादी दा आत्मा आ, डर और भै दा आत्मा आ। जदों ये साडे तो अलग हो जाता ना, फिर साडे जीवनां दे विच, फिर साडी जिंदगी दे विच शैतान ये 7 तरीके दे बंधन लैके आउंदा है। सब तो पहला वो सानू फड़ लवेगा, उस तो बाद साडियां अखियां नू की करेगा, वो कट देवेगा, फिर सानू पित्तल दियां बेड़ियां पाएगा, फिर सानू कैद खाने च रखेगा, असी ओदी चक्की पीवांगे। मतलब शैतान दे लई मेहनत करांगे, शैतान दी मजदूरी कर रहे हैं, पाप दी मजदूरी कर रहे हैं, जिस मजदूरी दा मुल या जिस मजदूरी दी सजा या जिस मजदूरी दी तनख्वाह सिर्फ मौत आ। फिर नंबर 6 असी शैतान दे अगे खेड कर रहे हैं। शैतान सानू साडे कोलों तमाशे करवा रहा। अज मेरे प्यारेओ तुसी आराधना सभा नूं वेखो, बड़ी बड़ियां लोग खेड कर रहे ने, ये नाच गाना, ये डांसां दे द्वारा आराधना, ये शैतान ही ते करवा रहा, जिन्हां दियां ने अखां कट दित्तियां ने, जिन्हां नूं समझ नहीं आ रहा की कर रहे ने, जिन्हां दे अंदर बुद्ध दा आत्मा खत्म हो गया, ये शैतान ही खेड करवा। एक चला रहा, परमेश्वर दा आत्मा नहीं हुण चला रहा, पर वो हजे भी किस खुशबहमी च ने कि सानू कौन चला रहा है? परमेश्वर दा आत्मा चला रहा। मेरे प्यारेओ नहीं, परमेश्वर दे सामर्थ वाले आत्मा तो छड्ड के एक शैतान दा आत्मा तुहानू चलावे, ये मसीही जीवन नहीं है। अज जिन्हां ने अज तक इस पवित्र आत्मा नूं नहीं प्राप्त किया, ये लॉकडाउन तुहाडे वास्ते एक चंगी गल बन जाए कि तुसी इस समय दे विच पवित्र आत्मा नूं प्राप्त करो। और जिन्हां ने प्राप्त किया, जिन्हां नूं पवित्र आत्मा मिल गया, तुसी चौकस रहो और हमेशा इस पवित्र आत्मा की अगवाई करो, अगवाई मनो, और इस पवित्र आत्मा नूं अपनी अगवाई करने के लिए कहो। किते ये ना होवे शैतान तानू फसा के इस आत्मा तो तानू अलग कर दे ते फिर समसून वांगू तानू अपनी कैद च पा के रखे। ये कैद च पाउण वाला आत्मा नहीं है, पर तुसी चाहोगे तो तुसी खुद इस तो अलग हो सकते हो। कोई शैतान आत्मा तो अलग नहीं कर सकता। समसून दे जीवन च भी बुझारतां द्वारा, बड़िया तरीका दे द्वारा, कई गल्लां द्वारा वो नहीं कर पाया। शैतान या फिलिस्तीओं दे तो वो सामर्थ नूं दूर नहीं कर पाए। इन्हें खुद अपना राज दसिया, खुद इन्हें सिर झुकाया, खुद एक गोदी च लेटिया, फिर जाके इस आत्मा तो इन्हों की कर दिता गया है। तुसी इस आत्मा की अहमियत नूं समझो। ये परमेश्वर दा आत्मा है, ये बुद्ध दा आत्मा, समझ दा आत्मा है, सलाह दा आत्मा है। जे तुहानूं कोई समझ नहीं लग रही, इहदे कोलों सलाह लो। ये समर्था दा आत्मा है, तुहानूं शैतान जबरदस्ती नहीं चुका सकता। ये यहोवा दे ज्ञान दा आत्मा तुहानूं सारा ज्ञान देगा, उहदे शल सरिंदा नूं समझण दा ज्ञान देगा, ते फिर ये यहोवा दे भै दा आत्मा है। हमेशा यहोवा दा डर तुहाडे जीवन च बनिया रहेगा। इस पवित्र आत्मा नूं प्राप्त करन दी और इस पवित्र आत्मा दे अनुसार चलण दे लई पिता तुहानूं बल बख्शे। इस पवित्र आत्मा नूं असली रूप च तुसीं समझो। ये छोटे लफ्ज़ां च इस पवित्र आत्मा की सामर्थ नूं किस तरह अलग हुंदी है, की आ, ते उस तो बाद साडे जीवनां च की हुंदा समझाउण दी एक छोटी जी कोशिश की गई है। परमेश्वर इस वचन द्वारा अज तुहाडे सारिआं नाल गल करे। तो आइए प्रार्थना करांगे थोड़ी देर। एक गीत गावांगे असीं, गीत की किताब विचों 11 नंबर गीत, यीशु अच्छा है वो भला है। सामर्थ से नहीं, शक्ति से नहीं, से है सभी, सामर्थ से नहीं, शक्ति से नहीं, उसकी आत्मा से संभव है सभी। फजल फजल यूं पुकारते हुए हर पहाड़ों को हम पार करेंगे। फजल
उसकी दया हम पर सदा है। यीशु अच्छा है, वो भला है, उस हम पर सदा है। फजल फजल यूं पुकारते हुए हर पहाड़ों को पार करेंगे। फजल फजल यूं पुकारते हुए हर पहाड़ों को करेंगे। हालेलुया हालेलुया हालेलुया। हाँ, महत्व ज्ञान और स्तुति और आदर शक्ति और बल सब यीशु को मिले। महत्व ज्ञान और स्तुति और आदर शक्ति और बल सब यीशु को मिले। मुझको चट्टान पर कर दिया, मेरे पैरों को उसने दृढ़ किया। मुझको चट्टान पर खड़ा कर दिया, मेरे पैरों को उसने एक नया गीत दिया। यहोवा परमेश्वर की स्तुति करो। एक नया गीत मुझको दिया, यहोवा परमेश्वर की स्तुति। हालेलुया 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 हालेलुया। महत्व ज्ञान शक्ति और बल सब यीशु को मिले। महत्व ज्ञान और स्तुति शक्ति और बल सब यीशु को मिले। हालेलुया। धन्यवाद हो, धन्यवाद हो पिता परमेश्वर। आइए प्रार्थना करांगे। सर्वशक्तिमान पिता प्रभु, ਅਸੀਂ ਤੁਹਾਡੇ ਧੰਨਵਾਦੀ ਹਾਂ ਅੰਦਰ ਸਮੇਂ ਦੇ ਲਈ। ਇੱਕ ਵਾਰੀ ਫੇਰ ਤੁਸੀਂ ਸਾਨੂੰ ਆਪਣੇ ਕਦਮਾਂ 'ਚ ਲੈ ਕੇ ਆਇਆ, ਗ੍ਰਹਿਣ ਕਰਦੇ ਰਹਿਣ ਪਿਤਾ। ਇਹ ਵਚਨ ਤੇਰੇ ਬੱਚਿਆਂ ਦੇ ਜੀਵਨਾਂ 'ਚ ਉੱਗਣ, ਵਧਣ ਔਰ ਫਲ ਲੈ ਕੇ ਆਉਣ ਪਿਤਾ। ਹਰ ਗੱਲ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ, ਯੀਸ਼ੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਸਭ ਨੂੰ ਜੈ ਮਸੀਹ ਦੀ ਔਰ ਪਰਮੇਸ਼ਰ ਦਾ ਧੰਨਵਾਦ। ਅੱਜ ਇੱਕ ਵਾਰੀ ਫੇਰ ਪਰਮੇਸ਼ਰ ਆਪਣੇ ਵਚਨਾਂ ਦੁਆਰਾ ਸਾਡੇ ਨਾਲ ਗੱਲ ਕੀਤੀ। ਕੱਲ ਫੇਰ ਜੇ ਪਰਮੇਸ਼ਰ ਦੀ ਮਰਜ਼ੀ ਆ ਤੁਸੀਂ ਸਭ ਇਸ ਜਗ੍ਹਾ ਤੇ ਬੈਠਾਂਗੇ ਨਵੇਂ ਸਿਰੇ ਤੋਂ। ਜੋ ਪਰਮੇਸ਼ਰ ਸਾਡੀ ਆਤਮਾ ਦੀ ਖੁਰਾਕ ਆ ਸਾਨੂੰ ਦੇਣਗੇ ਔਰ ਜੋ ਵਚਨ ਦੇਣ ਉਹ ਸਾਡੇ ਜੀਵਨਾਂ 'ਚ ਵਧਣ। ਤਦ ਤੱਕ